ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਜੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਗੌੜੀ ਮਹੱਲਾ ਪਹਿਲਾ। ਦੂਜੀ ਮਾਇਆ ਜਗਤ ਚਿਤ ਵਾਸ, ਕਾਮ ਕ੍ਰੋਧ ਅਹੰਕਾਰ ਬਿਨਾਸ਼। ਦੂਜੀ ਮਾਇਆ ਜਗਤ ਚਿਤ ਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਦੇ ਖਜ਼ਾਨੇ ਦਾਤਾ ਜੀ। ਅਕਾਲ ਪੁਰਖ ਵਾਹਿਗੁਰੂ ਸਰੂਪ, ਦਸਾਂ ਪਾਤਸ਼ਾਹੀਆਂ ਦੇ ਆਤਮ ਗਿਆਨ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ। ਸਤਿਗੁਰਾਂ ਦੀ ਕਿਰਪਾ ਦੁਆਰਾ ਜੋ ਹਜ਼ੂਰ ਦੀ ਮੁੱਖ ਵਾਕ ਅੰਮ੍ਰਿਤਮਈ ਧੁਰਕੀ ਬਾਣੀ ਅਕਾਲੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ, ਜੋ ਇਸ ਵੇਲੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 223 ਉੱਪਰ ਪਹੁੰਚੀ ਹੋਈ ਹੈ। ਗੌੜੀ ਰਾਗ ਦੇ ਅੰਦਰ ਜੋ ਅਸ਼ਟਪਦੀਆਂ ਹਨ, ਪਹਿਲੀਆਂ 4 ਅਸ਼ਟਪਦੀਆਂ ਦੀ ਵਿਚਾਰ ਹੁਣ ਤੱਕ ਹੋ ਚੁੱਕੀ ਹੈ। ਉਸ ਤੋਂ ਅੱਗੇ ਜੋ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਫਰਮਾ ਰਹੇ ਹਨ, ਗੁਰੂ ਕਿਰਪਾ ਸਦਕਾ ਵਿਚਾਰੀਏ ਅਤੇ ਸੁਣੀਏ, ਤਾਂ ਕਿ ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦਿਆਂ ਅੰਦਰ ਨਿਵਾਸ ਕਰੇ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਹੈ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪਹਿਲਾ ਸਰੂਪ ਸਿੱਖ ਧਰਮ ਦੇ ਬਾਨੀ ਦਾਤਾ ਜੀ ਬਚਨ ਫਰਮਾ ਰਹੇ। ਦੂਜੀ ਮਾਇਆ ਜਗਤ ਚਿਤ ਵਾਸ। ਇੱਕ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਔਰ ਉਸ ਤੋਂ ਬਾਅਦ ਦੂਜੀ ਚੀਜ਼ ਕਿਹੜੀ ਹੈ, ਉਹ ਹੈ ਮਾਇਆ। ਅਤੇ ਇਹ ਮਾਇਆ ਹੀ ਜੀਆਂ ਦੇ ਅੰਦਰ ਦੂਜਾਇਗੀ ਪੈਦਾ ਕਰਨ ਵਾਲੀ। ਦੂਜੀ ਇਹ ਮਾਇਆ ਹੀ ਹੈ ਜਿਸ ਨੇ ਵਾਹਿਗੁਰੂ ਦੇ ਨਾਲੋਂ ਸਾਡੀ ਵਿੱਥ ਪਾ ਦਿੱਤੀ ਹੈ, ਔਰ ਸਾਰੇ ਜਗਤ ਦੇ ਜੋ ਜੀਵ ਹਨ ਉਹਨਾਂ ਦੇ ਚਿੱਤਾਂ ਵਿੱਚ, ਉਹਨਾਂ ਦੇ ਮਨਾਂ ਵਿੱਚ ਇਸ ਮਾਇਆ ਨੇ ਆਪਣਾ ਵਾਸਾ ਕੀਤਾ ਹੋਇਆ। ਵਾਹਿਗੁਰੂ ਪਰਮਾਤਮਾ ਵੀ ਸਾਰੀ ਸ੍ਰਿਸ਼ਟੀ ਅੰਦਰ ਮੌਜੂਦ ਹੈ, ਔਰ ਉਸ ਤੋਂ ਭਿੰਨ ਜਿਹੜੀ ਇਹ ਦੂਜੀ ਇਹ ਸਭ ਮਾਇਆ ਹੀ ਹੈ। ਇੱਕ ਹੈ ਵਾਹਿਗੁਰੂ, ਚਾਹੇ ਉਹਨੂੰ ਅੱਲਾ ਕਹੋ, ਖੁਦਾ ਕਹੋ, ਰਾਮ ਕਹੋ, ਰਹੀਮ ਕਹੋ, ਕਰੀਮ ਕਹੋ, ਨਾਰਾਇਣ ਕਹੋ, ਗੋਬਿੰਦ ਕਹੋ, ਗੌਡ ਕਹੋ, ਕੁਛ ਵੀ ਕਹੋ, ਉਹ ਇੱਕ ਹੀ ਹੈ। ਦੂਜੀ ਵਸਤੂ ਜੇ ਕੋਈ ਹੈ ਤੇ ਉਹ ਪਰਮਾਤਮਾ ਦੀ ਰਚੀ ਹੋਈ ਮਾਇਆ ਹੈ। ਅਤੇ ਵਾਹਿਗੁਰੂ ਨਾਲੋਂ ਵਿੱਥ ਕਿਉਂ ਪਈ ਹੋਈ ਹੈ ਜੀਆਂ ਦੀ? ਕਿਉਂਕਿ ਸਾਰੇ ਜਗਤ ਦੇ ਜੋ ਜੀਵ ਹਨ, ਇਹਨਾਂ ਦੇ ਚਿੱਤਾਂ ਅੰਦਰ, ਇਹਨਾਂ ਦੇ ਮਨਾਂ ਅੰਦਰ ਇਸ ਮਾਇਆ ਦਾ ਵਾਸ ਹੈ। ਜਿਵੇਂ ਅੱਗੇ ਇੱਕ ਦਿਨ ਬੇਨਤੀ ਕੀਤੀ ਸੀ, ਸ਼ੇਖ ਸ਼ਾਦੀ ਨੇ ਜੋ ਬਚਨ ਲਿਖੇ ਨੇ ਕਿ ਉਸਤਾਦ ਕਹਿੰਦਾ ਸੀ ਕਿ ਪਰਮਾਤਮਾ ਖੁਦਾ ਹਰ ਥਾਂ ਮੌਜੂਦ ਹੈ, ਸਭ ਵੇਖਦਾ ਹੈ। ਪਰ ਇੱਕ ਵਿਦਿਆਰਥੀ ਨੇ ਕਿਹਾ ਸੀ ਕਿ ਐਸੀ ਕੋਈ ਜਗ੍ਹਾ ਹੈ ਜਿੱਥੇ ਪਰਮਾਤਮਾ ਦਾ ਵਾਸਾ ਨਹੀਂ, ਖੁਦਾ ਨਹੀਂ ਵਸਦਾ? ਤਾਂ ਉਸਤਾਦ ਹੈਰਾਨ ਰਹਿ ਗਿਆ ਵੀ ਇੱਕ ਐਸਾ ਪ੍ਰਸ਼ਨ। ਤਾਂ ਉਸੇ ਵਿਦਿਆਰਥੀ ਨੇ ਫਿਰ ਜਵਾਬ ਦਿੱਤਾ ਸੀ ਇਸ ਪ੍ਰਸ਼ਨ ਦਾ, ਭਈ ਮਨੁੱਖ ਦੀ ਸੋਚ ਸਮਝ ਤੋਂ ਪਰੇ ਹੈ ਵਾਹਿਗੁਰੂ, ਸੋਚ ਅਤੇ ਸਮਝ ਵਿੱਚ ਹੈ ਨਹੀਂ। ਅਤੇ ਦੂਜੀ ਥਾਂ ਹੈ ਕਿ ਮਨੁੱਖੀ ਮਨ ਦੇ ਅੰਦਰ ਪਰਮਾਤਮਾ ਦਾ ਵਾਸਾ ਨਹੀਂ, ਮਨਾਂ ਵਿੱਚ ਨਹੀਂ ਹੈ। ਬਸ ਇਹੀ ਤਰੱਦਦ ਹੈ, ਇਹੀ ਮਿਹਨਤ ਹੈ ਕਿ ਮਾਇਆ ਮਨਾਂ ਵਿੱਚੋਂ ਨਿਕਲੇ ਅਤੇ ਵਾਹਿਗੁਰੂ ਜੀ ਦਾ ਵਾਸਾ ਹੋਏ।
ਮਨਾਂ ਵਿੱਚ ਪਰਮਾਤਮਾ ਦੀ ਯਾਦ ਨਹੀਂ ਜਾਂਦੀ। ਮਾਇਆ ਨੇ ਚਿੱਤ ਦੇ ਅੰਦਰ ਵਾਸ ਕੀਤਾ ਹੋਇਆ, ਹਿਰਦਿਆਂ ਦੇ ਅੰਦਰ, ਮਨਾਂ ਦੇ ਅੰਦਰ ਇਸ ਮਾਇਆ ਦਾ ਵਾਸਾ ਹੈ। ਇਹੀ ਵਿੱਥ ਹੈ ਵਾਹਿਗੁਰੂ ਤੋਂ। ਕਾਮ ਕ੍ਰੋਧ ਅਹੰਕਾਰ ਵਿਨਾਸ਼। ਔਰ ਇਸ ਮਾਇਆ ਦੇ ਹੀ ਰੂਪ ਨੇ, ਮਾਇਆ ਦੀ ਪ੍ਰਬਲ ਸ਼ਕਤੀ, ਕਾਮ ਵਾਸ਼ਨਾ, ਕਾਮਨਾਵਾਂ, ਤੇ ਇਸੇ ਪ੍ਰਕਾਰ ਕ੍ਰੋਧ ਚਿੱਤ ਦੀ ਤੀਖਣ ਬਿਰਤੀ, ਕਾਮ ਵਿਕਾਰ ਹੈ, ਕ੍ਰੋਧ ਤੀਖਣ ਬਿਰਤੀ ਤੇ ਅਹੰਕਾਰ, ਇਹ ਬੜੇ ਜ਼ਬਰਦਸਤ ਨੇ। ਇਸ ਮਾਇਆ ਦੇ ਇਹ ਰੂਪ ਜੋ ਹਨ, ਇਹਨਾਂ ਦੁਆਰਾ ਇਹ ਜੀਵਾਂ ਦਾ ਵਿਨਾਸ਼ ਹੋ ਰਿਹਾ ਹੈ। ਜੀਵ ਇਹਨਾਂ ਵਿਕਾਰਾਂ ਕਰਕੇ ਹੀ ਬਰਬਾਦ ਹੋ ਰਹੇ ਨੇ। ਦੂਜਾ ਕੌਣ ਕਹਾਂ ਨਹੀਂ ਕੋਈ। ਹਜ਼ੂਰ ਕਹਿੰਦੇ ਨੇ ਉਸ ਪਰਮਾਤਮਾ ਤੋਂ ਭਿੰਨ ਦੂਜਾ ਕੌਣ ਹੈ ਜਿਸ ਬਾਰੇ ਮੈਂ ਦੱਸਾਂ। ਦੂਜਾ ਕੋਈ ਹੋਵੇ ਤੇ ਉਸ ਬਾਰੇ ਦੱਸਾਂ। ਪਰਮਾਤਮਾ ਵਰਗੀ ਹੋਰ ਕੋਈ ਸ਼ਕਤੀ ਵਾਲਾ, ਪਰਮਾਤਮਾ ਦਾ ਸ਼ਰੀਕ, ਕੋਈ ਦੂਜਾ ਰੱਬ ਪਰਮਾਤਮਾ ਹੋਵੇ ਤੇ ਮੈਂ ਕਹਾਂ, ਕਥਨ ਕਰਾਂ, ਦੱਸਾਂ। ਨਹੀਂ ਕੋਈ ਵੀ ਨਹੀਂ ਹੈ ਵਾਹਿਗੁਰੂ ਤੋਂ ਭਿੰਨ ਹੋਰ ਦੂਜਾ ਕੋਈ ਉਹਦੇ ਬਰਾਬਰ ਦਾ, ਕੋਈ ਸ਼ਕਤੀਵਾਨ, ਕੋਈ ਕਰਨ ਕਰਾਵਣਹਾਰ, ਕੋਈ ਸਮਰੱਥਾਵਾਨ ਹੋਰ ਕੋਈ ਦੂਜਾ ਨਹੀਂ ਹੈ। ਸਭ ਮਹਿ ਏਕ ਨਿਰੰਜਨ ਸੋਈ। ਜਿਵੇਂ ਬਚਨ ਹਨ, ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਸਭ ਮਹਿ ਏਕ ਨਿਰੰਜਨ ਸੋਈ। ਸਭਨਾਂ ਦੇ ਵਿੱਚ ਇੱਕੋ ਇੱਕ ਪਰਮਾਤਮਾ ਜੋ ਸ਼ੁੱਧ ਸਰੂਪ ਹੈ, ਉਹੀ ਵਾਹਿਗੁਰੂ ਨਿਰੰਜਨ, ਨਿਰਅੰਜਨ, ਅੰਜਨ ਸੁਰਮਾ ਕਾਲਖ ਤੇ ਨਿਰ ਬਿਨਾਂ ਸੁਰਮੇ ਤੋਂ, ਯਾਨੀ ਕਿ ਮਾਇਆ ਦੀ ਕਾਲਖ ਤੋਂ ਰਹਿਤ ਇੱਕੋ ਇੱਕ ਪਰਮਾਤਮਾ ਅਕਾਲ ਪੁਰਖ ਸਭਨਾਂ ਵਿੱਚ ਉਸ ਦਾ ਨਿਵਾਸ ਹੈ, ਰਹਾਓ। ਇਸ ਕਰਕੇ ਭਾਵ ਕਿ ਉਸ ਤੋਂ ਬਗੈਰ ਹੋਰ ਭਿੰਨ ਦੂਜਾ ਕਿਸ ਨੂੰ ਕੁਛ ਕਹੀਏ। ਦੂਜੀ ਦੁਰਮਤ ਆਖੈ ਦੋਏ। ਇਸ ਮਾਇਆ ਦੇ ਪ੍ਰਭਾਵ ਕਰਕੇ ਜੋ ਦੂਜੀ ਮਾਇਆ ਹੈ, ਇੱਕ ਤਾਂ ਪਰਮਾਤਮਾ ਹੈ ਤੇ ਦੂਜੀ ਹੈ ਮਾਇਆ, ਤੇ ਇਸ ਕਰਕੇ ਮਨੁੱਖ ਦੇ ਅੰਦਰ ਭੈੜੀ ਮੱਤ ਪੈਦਾ ਹੋਈ ਹੈ। ਇਸ ਮਾਇਆ ਦੇ ਪ੍ਰਭਾਵ ਕਰਕੇ ਮਨੁੱਖੀ ਮਨ ਦੇ ਅੰਦਰ, ਮਨੁੱਖ ਦੇ ਅੰਦਰ ਜੋ ਖੋਟੀ ਮੱਤ ਨੇ ਜਨਮ ਲੈ ਲਿਆ ਹੈ, ਦੁਰਮਤ, ਭੈੜੀ ਮੱਤ, ਆਖੈ ਦੋਏ। ਤੇ ਇਹੀ ਜੋ ਕੁਝ ਬੋਲਦੀ ਹੈ ਨਾ ਭੈੜੀ ਮੱਤ, ਇਹ ਦੋਏ ਦਵੈਤ ਦੂਜੀ ਗੱਲ ਨੂੰ ਬੋਲਦੀ ਹੈ। ਪਰਮਾਤਮਾ ਦਾ ਨਾਮ ਛਡਾ ਕੇ ਇਹ ਦੂਜੀ ਗੱਲ ਬੋਲੀ ਜਾ ਰਹੀ ਹੈ, ਮਾਇਆ ਨੂੰ ਬੋਲਦੀ ਹੈ ਖੋਟੀ ਮੱਤ। ਯਾਨੀ ਖੋਟੀ ਮੱਤ ਦੇ ਪ੍ਰਭਾਵ ਕਰਕੇ ਜੀਵ ਆਖੈ ਦੋਏ, ਦਵੈਤ ਨੂੰ ਹੀ ਆਖੀ ਜਾਂਦਾ ਹੈ, ਦੁਬਿਧਾ ਨੂੰ ਆਖੀ ਜਾਂਦਾ, ਦੂਜੀ ਵਸਤੂ ਦਾ ਹੀ ਨਾਮ ਲਈ ਜਾਂਦਾ। ਆਵੈ ਜਾਏ ਮਰ ਦੂਜਾ ਹੋਏ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਿ ਇਹ ਜੀਵ ਪਰਮਾਤਮਾ ਤੋਂ ਵਿਥ ਪੈਣ ਕਰਕੇ ਆਉਂਦਾ ਜਾਂਦਾ ਹੈ, ਮਰ ਕੇ ਜਾਂਦਾ, ਆਉਂਦਾ ਹੈ ਮਰ ਕੇ ਚਲਿਆ ਜਾਂਦਾ ਹੈ, ਦੂਜਾ ਹੋਏ। ਸੋ ਇਸ ਪ੍ਰਕਾਰ ਇਹਦੀ ਪਰਮਾਤਮਾ ਤੋਂ ਵਿਥ ਪੈਣ ਕਰਕੇ ਦੂਜਾ ਬਣ ਗਿਆ ਹੈ, ਭਿੰਨ ਹੋ ਗਿਆ ਵਾਹਿਗੁਰੂ ਤੋਂ। ਇਹ ਆਪਣੇ ਆਪ ਨੂੰ ਦੂਜਾ ਸਮਝ ਲਿਆ ਇਸਨੇ। ਜਿਹੜਾ ਜੀਵ ਵਾਹਿਗੁਰੂ ਨੂੰ ਛੱਡ ਕੇ ਦੂਜਾ ਬਣ ਕੇ ਬਹਿੰਦਾ ਕਿ ਮੇਰੀ ਵੱਖਰੀ ਹੋਂਦ ਹਸਤੀ ਹੈ, ਉਹ ਆਵੈ ਜਾਏ ਮਰ, ਆਉਂਦਾ ਹੈ ਤੇ ਮਰ ਕੇ ਚਲਿਆ ਜਾਂਦਾ। ਯਾਨੀ ਜੰਮਦਾ ਹੈ ਫਿਰ ਮਰਦਾ ਹੈ, ਜੰਮਦਾ ਹੈ ਫਿਰ ਮਰਦਾ ਹੈ। ਧਰਨ ਗਗਨ ਨਹਿ ਦੇਖੋ ਦੋਏ। ਪਰ ਹਜ਼ੂਰ ਕਹਿੰਦੇ ਨੇ ਮੈਂ ਤਾਂ ਧਰਤੀ ਆਕਾਸ਼ ਕਿਤੇ ਵੀ ਦੂਜੇ ਨੂੰ ਨਹੀਂ ਵੇਖਦਾ। ਧਰਤੀ ਸਾਰੀ ਤੇ ਜਾਂ ਅਸਮਾਨ ਤੇ ਜਾਂ ਧਰਤੀ ਤੋਂ ਅਸਮਾਨ ਤੱਕ ਹੋਰ ਦੂਜਾ ਨਹੀਂ ਵੇਖਦਾ ਹਾਂ, ਕਿਉਂਕਿ ਮੈਨੂੰ ਮੇਰੇ ਸਤਿਗੁਰੂ ਨੇ ਗਿਆਨ ਬਖਸ਼ ਦਿੱਤਾ ਹੈ ਕਿ ਇੱਕੋ ਹੀ ਹੈ, ਵਾਹਿਗੁਰੂ ਹੀ ਪਰਮਾਤਮਾ ਹੈ, ਹੋਰ ਦੂਜਾ ਕੋਈ ਹੈ ਨਹੀਂ। ਨਾਰੀ ਪੁਰਖ ਸਬਾਈ ਲੋਏ। ਚਾਹੇ ਕੋਈ ਨਾਰੀ ਇਸਤਰੀ ਹੈ, ਚਾਹੇ ਕੋਈ ਪੁਰਖ ਮਰਦ ਹੈ, ਸਬਾਈ ਸਾਰੀ ਜਿਹੜੀ ਲੋਏ ਸ੍ਰਿਸ਼ਟੀ ਹੈ, ਇਹ ਸਭਨਾਂ ਵਿੱਚ ਇੱਕ ਪਰਮਾਤਮਾ ਹੀ ਦਿਖਾਈ ਦਿੰਦਾ, ਮੈਂ ਹੋਰ ਦੂਜਾ ਨਹੀਂ ਵੇਖਦਾ ਹਾਂ। ਰਵ ਸਸ ਦੇਖੋ ਦੀਪਕ ਉਜਿਆਲਾ। ਰਵ ਸੂਰਜ ਤੇ ਸਸ ਚੰਦਰਮਾ ਨੂੰ ਮੈਂ ਵੇਖਦਾ ਹਾਂ ਕਿ ਇਹ ਦੋ ਦੀਵੇ ਹਨ, ਤੇ ਇਹਨਾਂ ਦੀਵਿਆਂ ਦਾ ਜੋ ਉਜਿਆਲਾ ਹੈ, ਪ੍ਰਕਾਸ਼ ਹੈ, ਉਜਾਲਾ ਹੈ, ਚਾਨਣ ਹੈ, ਇਹ ਦੀਵੇ ਜੋ ਚਾਨਣ ਬਖੇਰ ਰਹੇ ਨੇ। ਸਰਬ ਨਿਰੰਤਰ ਪ੍ਰੀਤਮ ਬਾਲਾ। ਚਾਹੇ ਸੂਰਜ ਹੈ, ਚਾਹੇ ਚੰਦਰਮਾ ਹੈ, ਜੋ ਇਹਨਾਂ ਦਾ ਪ੍ਰਕਾਸ਼ ਹੈ, ਇਹ ਦੀਵੇ ਬਣ ਕੇ ਕਰ ਰਹੇ ਨੇ। ਇਹਨਾਂ ਸਾਰਿਆਂ ਦੇ ਨਿਰੰਤਰ ਅੰਦਰ
ਸਭਨਾਂ ਦੇ ਵਿੱਚ ਨਿਰੰਤਰ ਇੱਕ ਰਸ ਪ੍ਰੀਤਮ, ਜੋ ਭਗਤਾਂ ਦੇ ਪ੍ਰੀਤ ਕਰਨ ਯੋਗ ਪਿਆਰਾ ਹੈ ਵਾਹਿਗੁਰੂ। ਬਾਲਾ ਦਾ ਅਰਥ, ਕਈ ਅਰਥ ਨੇ ਬਾਲਾ ਸ਼ਬਦ ਦੇ। ਬਾਲਾ ਇਸਤਰੀ ਨੂੰ ਵੀ ਕਹਿੰਦੇ ਨੇ, ਬਾਲਾ ਬਾਲਕ ਨੂੰ ਵੀ ਕਹਿੰਦੇ ਨੇ। ਇੱਥੇ ਬਾਲਾ ਦਾ ਅਰਥ ਹੈ ਨੌਜਵਾਨ, ਯਾਨੀ ਨਵੀਨ ਅਵਸਥਾ 'ਚ ਰਹਿਣ ਵਾਲਾ, ਨਿਤ ਨਵਾਂ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਜੋ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਦਸਵੇਂ ਪਾਤਸ਼ਾਹ ਨੂੰ। ਬਾਲਾ ਪ੍ਰੀਤਮ ਹੁੰਦਾ ਵੀ ਜਿਹੜਾ ਨਿਤ ਇੱਕ ਅਵਸਥਾ 'ਚ ਰਹਿਣ ਵਾਲਾ, ਅਤੇ ਬਾਲਕ ਅਵਸਥਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਾਲਾ ਪ੍ਰੀਤਮ ਜਾਂ 8ਵੇਂ ਪਾਤਸ਼ਾਹ ਬਾਰੇ ਵੀ ਬਾਲਾ ਪ੍ਰੀਤਮ ਸ਼ਬਦ ਵਰਤਿਆ ਜਾਂਦਾ। ਇੱਥੇ ਵਾਹਿਗੁਰੂ ਵਾਸਤੇ ਹੈ ਕਿ ਜਿਵੇਂ ਚੜ੍ਹਦਾ ਸੂਰਜ ਹੁੰਦਾ ਹੈ, ਅਤੇ ਉਸ ਪ੍ਰਕਾਰ ਦਾ ਪ੍ਰੀਤਮ ਪਿਆਰਾ ਪ੍ਰੀਤ ਕਰਨੇ ਯੋਗ ਵਾਹਿਗੁਰੂ ਪਰਮਾਤਮਾ ਹਰ ਥਾਂ ਮੌਜੂਦ ਹੈ, ਸਭਨਾਂ ਦੇ ਅੰਦਰ ਬਾਹਰ। ਕਰ ਕਿਰਪਾ ਮੇਰਾ ਚਿੱਤ ਲਾਇਆ, ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਮੇਰਾ ਚਿੱਤ, ਜੋ ਮਨ ਹੈ, ਜੋ ਹਿਰਦਾ ਹੈ, ਉਸ ਵਾਹਿਗੁਰੂ ਨਾਲ ਲਾ ਦਿੱਤਾ, ਜੋੜ ਦਿੱਤਾ ਹੈ। ਕਿਉਂਕਿ ਸਤਿਗੁਰ ਮੋਕਉ ਏਕ ਬੁਝਾਇਆ, ਮੇਰੇ ਸੱਚੇ ਗੁਰਾਂ ਨੇ ਮੋਕਉ ਮੇਰੇ ਤਾਈਂ ਇੱਕੋ ਇੱਕ ਪਰਮਾਤਮਾ ਦਾ ਗਿਆਨ ਬਖਸ਼ ਦਿੱਤਾ ਹੈ। ਇੱਕ ਵਾਹਿਗੁਰੂ ਬੁਝਾ ਦਿੱਤਾ, ਸਮਝਾ ਦਿੱਤਾ। ਸਤਿਗੁਰਾਂ ਨੇ ਸਮਝਾ ਦਿੱਤਾ ਕਿ ਇੱਕੋ ਇੱਕ ਵਾਹਿਗੁਰੂ ਹੈ। ਗੁਰ ਕਹਿਆ ਜੋ ਹੋਏ ਸਭ ਇੱਕ, ਤੇ ਇੱਕੋ ਪਰਮਾਤਮਾ ਤੋਂ ਸਾਰੇ ਹੋਏ ਨੇ। ਏਕ ਨਿਰੰਜਨ ਗੁਰਮੁਖ ਜਾਤਾ, ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਦਾ ਹੈ, ਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ ਹੈ, ਗੁਰੂ ਵੱਲ ਨੂੰ ਆਪਣਾ ਮੁਖ ਰੱਖਦਾ ਹੈ, ਉਸ ਨੇ ਇੱਕ ਨਿਰੰਜਨ, ਇੱਕੋ ਇੱਕ ਨਿਰੰਜਨ ਸ਼ੁੱਧ ਸਰੂਪ, ਮਾਇਆ ਦੀ ਕਾਲਖ ਤੋਂ ਪਰੇ ਸਰੂਪ ਹੈ ਜੋ ਵਾਹਿਗੁਰੂ, ਉਹਨੂੰ ਜਾਤਾ ਜਾਣਿਆ ਹੈ, ਸਾਰੇ ਵਸਿਆ ਹੋਇਆ। ਦੂਜਾ ਮਾਰ ਸ਼ਬਦ ਪਛਾਤਾ, ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਹਿਰਦੇ ਵਿੱਚੋਂ ਉਹਨੇ ਦੂਜਾ ਮਾਰ ਦਿੱਤਾ। ਯਾਨੀ ਕਿ ਦਵੈਤ ਭਾਵ ਹੈ ਨਾ, ਜਿਹੜਾ ਦਵੈਤ ਭਾਵ, ਹੋਰ ਦੂਜੇ ਨੂੰ ਸਮਝਣ ਵਾਲੀ ਮਤ ਅਕਲ, ਉਹ ਮਾਰ ਦਿੱਤੀ ਹੈ, ਅਤੇ ਵਾਹਿਗੁਰੂ ਨੂੰ ਪਛਾਤਾ, ਪਛਾਣ ਲਿਆ, ਸਾਰਿਆਂ 'ਚ ਵਸਦਾ ਹੋਇਆ। ਇੱਕੋ ਹੁਕਮ ਵਰਤੈ ਸਭ ਲੋਈ, ਲੋਈ ਸ੍ਰਿਸ਼ਟੀ ਦੇ ਅੰਦਰ ਇੱਕੋ ਇੱਕ ਪਰਮਾਤਮਾ ਦਾ ਹੁਕਮ ਹੀ ਵਰਤ ਰਿਹਾ। ਵਾਹਿਗੁਰੂ ਦੇ ਹੁਕਮ ਦਾ ਵਰਤਾਰਾ ਹੀ ਸਾਰੀ ਸ੍ਰਿਸ਼ਟੀ ਅੰਦਰ ਵਰਤ ਰਿਹਾ ਹੈ, ਹੁਕਮ ਤੋਂ ਬਾਹਰ ਕੁਛ ਨਹੀਂ ਹੋ ਰਿਹਾ। ਏਕਸ ਤੇ ਸਭ ਓਪਤ ਹੋਈ, ਕਿਉਂਕਿ ਇੱਕੋ ਇੱਕ ਪਰਮਾਤਮਾ ਤੋਂ ਹੀ ਸਾਰੀ ਉਤਪਤੀ ਹੋਈ ਹੈ। ਸਾਰਿਆਂ ਨੂੰ ਉਤਪਤ ਕਰਨ ਵਾਲਾ, ਪਾਲਣ ਵਾਲਾ ਅਤੇ ਲੈ ਕਰਨ ਵਾਲਾ। ਉਤਪਤੀ, ਪਰਵਰਿਸ਼ ਅਤੇ ਲੈਤਾ ਇਹ ਵਾਹਿਗੁਰੂ ਤੋਂ ਹੁੰਦੀ ਹੈ। ਵਾਹਿਗੁਰੂ ਹੀ ਹੈ ਸਭਨਾਂ ਦਾ ਮੁੱਢ ਰੂਪ, ਸਾਰਿਆਂ ਦੀ ਸਮਾਪਤੀ ਵੀ ਕਰਨ ਵਾਲਾ, ਸਾਰਿਆਂ ਦੀ ਉਤਪਤੀ। ਸੋ ਇਸ ਪ੍ਰਕਾਰ ਉਸ ਵਾਹਿਗੁਰੂ ਤੋਂ ਹੀ ਹੋਈ ਹੈ। ਰਾਹ ਦੋ ਹੈ, ਖਸਮ ਏਕੋ ਜਾਣ। ਸੰਸਾਰ ਵਿੱਚ ਦੋ ਰਾਹ ਚੱਲ ਰਹੇ ਨੇ, ਇੱਕ ਧਰਮ ਦਾ, ਇੱਕ ਅਧਰਮ ਦਾ, ਪਾਪ ਦਾ, ਇੱਕ ਪੁੰਨ ਦਾ, ਝੂਠ ਦਾ, ਸੱਚ ਦਾ, ਜ਼ਬਰ ਦਾ, ਸਬਰ ਦਾ। ਇੱਕ ਪਰਮਾਤਮਾ ਵਾਲੇ ਪਾਸੇ ਨੂੰ ਰਾਹ ਜਾਂਦਾ, ਇੱਕ ਮਾਇਆ ਵਾਲੇ ਪਾਸੇ ਨੂੰ ਰਾਹ ਜਾਂਦਾ, ਕਿਉਂਕਿ ਦੂਜੀ ਰਚੀ ਹੋਈ ਹੈ ਨਾ ਮਾਇਆ ਪਰਮਾਤਮਾ ਨੇ, ਉੱਧਰ ਵੀ ਤਾਂ ਲੋਕਾਂ ਨੇ ਜਾਣਾ ਹੀ ਹੈ ਨਾ। ਰਾਹ ਦੋ ਨੇ, ਪਰ ਖਸਮ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮਾਤਮਾ ਹੀ ਹੈ, ਖਸਮ ਦੂਜਾ ਕੋਈ ਨਹੀਂ। ਲੋਕਾਂ ਨੇ ਮਾਇਆ ਨੂੰ ਆਪਣਾ ਯਾਨੀ ਕਿ ਖਸਮ ਹੀ ਬਣਾ ਲਿਆ ਹੈ। ਅਸੀਂ ਸੰਸਾਰੀਆਂ ਨੇ, ਕਿਉਂਕਿ ਸਾਨੂੰ ਦਿਸਦੀ ਮਾਇਆ ਹੈ, ਜੋ ਨਿਰੰਜਨ ਹੈ ਪਰਮਾਤਮਾ ਉਹ ਦਿਖਾਈ ਨਹੀਂ ਦਿੰਦਾ ਹੈ। ਅਤੇ ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਦਾ ਗਿਆਨ ਹੋਵੇਗਾ ਅਤੇ ਮਾਇਆ ਅੰਦਰੋਂ ਲੈਤਾ ਹੋ ਜਾਏਗੀ, ਲੈ ਹੋ ਜਾਏਗੀ, ਨਾਸ ਹੋ ਜਾਏਗੀ, ਅੰਦਰ ਮਾਇਆ ਦਾ ਪ੍ਰਭਾਵ ਨਹੀਂ ਰਹੇਗਾ। ਸੋ ਹਜ਼ੂਰ ਕਹਿੰਦੇ ਨੇ ਰਾਹ ਦੋਵੇਂ ਖਸਮ ਏਕੋ ਜਾਣ। ਹੇ ਜੀਵ, ਹੇ ਮਨੁੱਖ, ਰਾਹ ਦੋ ਹੀ ਹਨ ਸੰਸਾਰ ਵਿੱਚ, ਪਰ ਖਸਮ ਇੱਕ ਹੈ, ਉਹਨੂੰ ਜਾਣ। ਗੁਰ ਕੈ ਸ਼ਬਦ ਹੁਕਮ ਪਛਾਣ, ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਉਸ ਇੱਕ ਖਸਮ ਅਕਾਲ ਪੁਰਖ ਦੇ ਹੁਕਮ ਦੀ ਪਛਾਣ ਵੀ ਕਰ, ਵੀ ਉਸੇ ਦਾ ਹੁਕਮ ਵਰਤ ਰਿਹਾ, ਉਹਦੇ ਤੋਂ ਬਾਹਰ ਤੇ ਕੁਛ ਹੋ ਨਹੀਂ ਰਿਹਾ। ਸਗਲ ਰੂਪ ਵਰਨ ਮਨ ਮਾਹੀ, ਸਗਲ ਸਾਰੇ ਰੂਪ ਆਕਾਰ ਜੋ ਹਨ, ਅਤੇ ਵਰਨ ਜਾਤਾਂ ਗੋਤਾਂ ਜਿਹੀਆਂ ਹੁੰਦੀਆਂ, ਚਾਰ ਵਰਨ ਕਹੇ ਨੇ, ਚਾਰ ਆਸ਼ਰਮ ਕਹੇ ਸਨਾਤਨ ਮਤ ਦੇ ਅੰਦਰ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ। ਇਸੇ ਤਰ੍ਹਾਂ ਵਰਨ ਦਾ ਅਰਥ ਅੱਖਰ ਵੀ ਹੈ, ਅਤੇ ਵਰਨ ਦਾ ਅਰਥ ਰੰਗ ਵੀ ਹੈ। ਸਾਰਿਆਂ ਰੂਪਾਂ ਰੰਗਾਂ ਵਿੱਚ ਅਤੇ ਮਨਾਂ ਅੰਦਰ ਕਹੋ ਨਾਨਕ ਏਕੋ ਸਲਾਹੀ, ਉਸ ਇੱਕ ਨੂੰ ਹੀ ਜਾਣ ਕੇ
ਉਸੇ ਦੀ ਸਲਾਹੁਤਾ ਕਰੋ। ਇੰਝ ਜਾਣੋ ਵੀ ਸਾਰੇ ਰੰਗਾਂ ਰੂਪਾਂ ਵਿੱਚ, ਸਾਰੇ ਵਰਨਾਂ ਆਸ਼ਰਮਾਂ 'ਚ, ਸਭ ਪਾਸੇ ਇੱਕੋ ਇੱਕ ਸਮਾਇਆ ਹੋਇਆ, ਮਨਾਂ ਵਿੱਚ ਵੀ ਇੱਕ ਹੀ ਵਸਦਾ ਹੈ। ਜਾਂ ਇਉਂ ਜਾਣ ਕੇ ਆਪਣੇ ਮਨ ਹੀ ਮਨ ਅੰਦਰ ਹਜ਼ੂਰ ਕਹਿੰਦੇ ਨੇ ਇੱਕ ਪਰਮਾਤਮਾ ਨੂੰ ਹੀ ਸਲਾਹੋ, ਜਾਂ ਅਸੀਂ ਸਲਾਹੁੰਦੇ ਹਾਂ। ਇੱਕੋ ਸਲਾਹ ਹੈ। ਹਜ਼ੂਰ ਕਹਿੰਦੇ ਨੇ ਅਸੀਂ ਇੱਕ ਨੂੰ ਹੀ ਸਲਾਹੁੰਦੇ ਹਾਂ, ਇੱਕੋ ਨੂੰ ਸਲਾਹਿਆ ਹੈ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਗੁਰਦੇਵ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਅਸ਼ਟਪਦੀ ਉਚਾਰਦੇ ਨੇ। ਅਧਿਆਤਮ ਕਰਮ ਕਰੇ ਤਾਂ ਸਾਚਾ। ਅਧਿਆਤਮ ਕਰਮ ਜਿਸ ਦੇ ਨਾਲ ਆਤਮਾ ਤੱਕ ਪਹੁੰਚ ਹੋਵੇ, ਜਿਹੜੇ ਕਰਮ ਪ੍ਰਮਾਤਮਾ ਦੇ ਦਰ ਤੇ ਪ੍ਰਵਾਨ ਹੋਣ, ਜਿਸ ਦੇ ਨਾਲ ਪ੍ਰਮਾਤਮਾ ਦੇ ਨੇੜੇ ਹੋ ਜਾਈਏ, ਉਹ ਅਧਿਆਤਮ ਕਰਮ ਹੈ। ਸੋ ਇਸ ਪ੍ਰਕਾਰ ਜਿਹੜਾ ਸਾਰਿਆਂ ਦਾ ਆਤਮਾ ਬਣ ਰਿਹਾ ਵਾਹਿਗੁਰੂ ਪਰਮਾਤਮਾ, ਉਸ ਨਾਲ ਮਿਲਾਉਣ ਵਾਲੇ ਜਿਹੜੇ ਕਰਮ ਨੇ, ਉਹ ਕਰਮ ਜੇ ਕੋਈ ਕਰੇ ਤਾਂ ਸੱਚਾ, ਤਾਂ ਫਿਰ ਇਹ ਸੱਚਾ ਜੋਗੀ ਹੈ। ਉਹ ਕਰਮ ਜਿਹਦੇ ਨਾਲ ਮਨ ਦੀ ਮੈਲ ਉਤਰਦੀ ਹੈ ਅਤੇ ਮਨ ਵਾਹਿਗੁਰੂ ਦੇ ਸਨਮੁਖ ਹੁੰਦਾ, ਨੇੜੇ ਹੁੰਦਾ। ਜਿਨ੍ਹਾਂ ਕਰਮਾਂ ਦਾ ਮਨ 'ਤੇ ਪ੍ਰਭਾਵ ਪੈਂਦਾ, ਮੈਲ ਉਤਰਦੀ ਹੈ, ਉਹ ਕਰਮ। ਜਿਸ ਕਰਮ ਦਾ ਮਨ ਦੀ ਅਵਸਥਾ 'ਤੇ ਪ੍ਰਭਾਵ ਹੀ ਨਹੀਂ ਪੈਂਦਾ ਜਾਂ ਮਨ ਹੋਰ ਵਿਗੜਦਾ ਹੈ, ਜਿਵੇਂ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ। ਤੀਰਥਾਂ ਦੇ ਨਹਾ ਲਿਆ ਅਤੇ ਮਾਣ ਕਰ ਲਿਆ ਵੀ ਮੈਂ ਰੋਜ਼ ਹਰ ਸਾਲ ਤੀਰਥ 'ਤੇ ਜਾਂਦਾ, ਇੰਨੇ ਤੀਰਥਾਂ ਦਾ ਇਸ਼ਨਾਨ ਕਰ ਚੁੱਕਾ, ਇੰਨੀ ਵਾਰੀ ਕਰ ਚੁੱਕਾ, ਔਰ ਵਰਤ ਰੱਖ ਲੈਣੇ ਵੀ ਮੈਂ ਤਾਂ ਇਸ ਤਰ੍ਹਾਂ ਇਕਾਦਸ਼ੀ ਦਾ ਫਲਾਣਾ ਵਰਤ ਦੂਜਾ ਤੀਜਾ ਰੱਖਦਾ ਹਾਂ। ਅਨੇਕਾਂ ਤਰ੍ਹਾਂ ਦੇ ਵਰਤ ਸਨਾਤਨ ਮਤ 'ਚ ਰੱਖੇ ਜਾਂਦਾ, ਇਹਦਾ ਮਾਣ ਕਰ ਲੈਣਾ। ਅਤੇ ਦਾਨ ਕਰਦਾ ਹਾਂ ਮੈਂ, ਤੀਰਥਾਂ 'ਤੇ ਜਾ ਜਾ ਕੇ ਸੂਰਜ ਗ੍ਰਹਿਣ ਵੇਲੇ ਅੱਗੋਂ ਪਿੱਛੋਂ ਅਨੇਕਾਂ ਪ੍ਰਕਾਰ ਦਾ ਦਾਨ ਕਰਦਾ। ਇਹ ਵਿਚਾਰਦਾ ਹੀ ਨਹੀਂ ਮਨ ਭਈ ਇਹ ਸਭ ਕੁਛ ਵਾਹਿਗੁਰੂ ਦਾ ਬਖਸ਼ਿਆ ਹੋਇਆ। ਅਤੇ ਇਸ ਤਰ੍ਹਾਂ ਜਿਹੜਾ ਗੁਮਾਨ ਕਰਦਾ ਹੈ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ, ਉਹ ਅਧਿਆਤਮ ਕਰਮ ਨਹੀਂ ਹੋ ਸਕਦੇ ਜਿਨ੍ਹਾਂ ਦਾ ਸਾਡੇ ਮਨ 'ਤੇ ਪ੍ਰਭਾਵ ਨਾ ਪਏ। ਆਤਮਿਕ ਕਰਮ, ਅਧਿਆਤਮ ਦਾ ਅਰਥ ਹੈ ਆਤਮਿਕ ਕਰਮ, ਆਤਮਾ ਦੀ ਕਲਿਆਣ ਕਰਨ ਵਾਲੇ ਕਰਮ ਜੇ ਕੋਈ ਕਰੇ ਤਾਂ ਸੱਚਾ, ਤਾਂ ਸੱਚਾ ਜੋਗੀ ਹੈ। ਮੁਕਤ ਭੇਦ ਕਿਆ ਜਾਣੈ ਕਾਚਾ। ਜਿਹੜਾ ਕੱਚਾ, ਕੱਚਾ ਦਾ ਮਤਲਬ ਹੈ ਕਿ ਵਿਕਾਰਾਂ ਵਿੱਚ ਗਰਸਿਆ ਹੋਇਆ, ਜਾਂ ਜੇ ਕਹਿ ਲਓ ਵਿਕਾਰਾਂ ਦੇ ਆਸਰੇ 'ਤੇ ਟਾਕਰਾ ਕਰਨ ਵੱਲੋਂ ਕਮਜ਼ੋਰ ਹੈ, ਜੋ ਕੱਚਾ ਹੈ। ਅਧਿਆਤਮਿਕ ਕਰਮ ਕਮਾਏ ਹੋਏ ਨੇ, ਆਪਣੇ ਮਨ ਨੂੰ ਤਕੜਾ ਨਹੀਂ ਕੀਤਾ, ਮਨ ਦੀ ਅਵਸਥਾ ਤਕੜੀ ਨਹੀਂ ਹੋਈ ਵਿਕਾਰਾਂ ਦੇ ਟਾਕਰੇ 'ਤੇ, ਉਹ ਮੁਕਤੀ ਦੇ ਭੇਦ ਨੂੰ ਕਿਆ ਜਾਣਦਾ ਹੈ। ਬੰਦ ਖਲਾਸ ਹੋਣ ਦਾ ਜਿਹੜਾ ਭੇਦ ਹੈ ਨਾ, ਵਿਕਾਰਾਂ ਦੇ ਬੰਦੀਖਾਨੇ 'ਚੋਂ ਸੁਤੰਤਰ ਹੋਣ ਦਾ ਜੋ ਭੇਦ ਹੈ, ਉਹ ਕੱਚਾ ਵਿਅਕਤੀ, ਕਮਜ਼ੋਰ ਵਿਅਕਤੀ, ਸਿਮਰਨ ਭਜਨ ਵੱਲੋਂ ਕੱਚਾ ਵਿਅਕਤੀ ਕਿਆ ਜਾਣਦਾ ਹੈ। ਐਸਾ ਜੋਗੀ ਜੁਗਤ ਵਿਚਾਰਾ। ਹਜ਼ੂਰ ਕਹਿੰਦੇ ਇਹੋ ਜਿਹਾ ਜੋਗੀ ਹੁੰਦਾ ਸੱਚਾ ਜੋਗੀ, ਜਿਹੜਾ ਵਾਹਿਗੁਰੂ ਪਰਮਾਤਮਾ ਵਿੱਚ ਜੁੜਨ ਦੀ ਜੁਗਤੀ ਨੂੰ ਵਿਚਾਰਦਾ ਹੈ ਮਨ ਅੰਦਰ, ਜਿਹਦੇ ਮਨ ਅੰਦਰ ਵਿਚਾਰ ਹੀ ਇਹ ਚੱਲਦੀ ਹੈ ਕਿ ਵਾਹਿਗੁਰੂ ਨਾਲ ਜੁੜਿਆ ਜਾ ਸਕੇ। ਜਿਹੜਾ ਉਸ ਜੁਗਤੀ ਨੂੰ, ਪਰਮਾਤਮਾ ਵਿੱਚ ਜੁੜਨ ਦੀ ਜੁਗਤੀ ਨੂੰ ਵਿਚਾਰਦਾ ਹੈ। ਪੰਚ ਮਾਰ ਸਾਚ ਉਰ ਧਾਰੈ। ਪੰਜ ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਹਨ, ਇਹਨਾਂ ਨੂੰ ਮਾਰ ਕੇ ਤੇ ਸੱਚ ਸਰੂਪ ਜੋ ਸਦਾ ਸਥਿਰ ਹੈ ਪਰਮਾਤਮਾ, ਉਸ ਦੇ ਨਾਮ ਨੂੰ ਉਰ ਹਿਰਦੇ ਦੇ ਅੰਦਰ ਧਾਰਨ ਕਰਦਾ ਹੈ। ਸੱਚ ਸਰੂਪ ਵਾਹਿਗੁਰੂ ਦੇ ਸਰੂਪ ਨੂੰ, ਵਾਹਿਗੁਰੂ ਦੇ ਸੱਚੇ ਨਾਮ ਨੂੰ ਹਿਰਦੇ 'ਚੋਂ ਧਾਰਨ ਕਰਦਾ ਹੈ। ਰਹਾਉ ਜਿਸ ਕੈ ਅੰਤਰ ਸਾਚ ਵਸਾਵੈ। ਹਜ਼ੂਰ ਕਹਿੰਦੇ ਨੇ ਭਾਈ ਜੀਵ ਦੇ ਵਸ ਵੀ ਕਿਹਾ ਹੈ। ਵਾਹਿਗੁਰੂ ਜੀ ਹੀ ਬਖਸ਼ਿਸ਼ ਕਰਨ ਤਾਂ ਜਿਸ ਜੀਵ ਦੇ ਹਿਰਦੇ ਅੰਦਰ ਪਰਮਾਤਮਾ ਸੱਚ ਆਪਣਾ ਨਾਮ ਵਸਾ ਦਿੰਦਾ ਹੈ, ਜੋਗ ਜੁਗਤ ਕੀ ਕੀਮਤ ਪਾਵੈ। ਉਹ ਪਰਮਾਤਮਾ ਵਿੱਚ ਜੋਗ ਜੁੜਨ ਦੀ ਜੁਗਤੀ ਦੀ ਕੀਮਤ ਦਾ ਅਰਥ ਹੈ ਕਦਰ, ਮਹਾਨਤਾ ਨੂੰ ਉਹ ਪ੍ਰਾਪਤ ਕਰਦਾ। ਜਿਸ ਚੀਜ਼ ਦੀ ਮਹਾਨਤਾ ਦਾ ਨਹੀਂ ਪਤਾ, ਭਾਵੇਂ ਹੀਰਾ ਹੋਵੇ, ਉਸ ਨੂੰ ਅਸੀਂ ਕੌਡੀਆਂ ਦੇ ਭਾਅ ਵੇਚ ਸਕਦੇ ਹਾਂ, ਸੁੱਟ ਸਕਦੇ ਹਾਂ। ਹੀਰਾ ਤਾਂ ਬੜਾ ਕੀਮਤੀ ਹੈ, ਉਹਦੀ ਕਦਰ ਨਹੀਂ। ਕਦਰਦਾਨਾਂ ਨੂੰ ਕਦਰ ਹੈ, ਅਤੇ ਜਿਸ ਨੂੰ ਕਦਰ ਹੀ ਨਹੀਂ, ਉਹ ਤਾਂ ਹੀਰੇ ਨੂੰ ਵੀ ਠੁੱਡ ਮਾਰ ਦੇਗਾ। ਜਿਵੇਂ ਕਬੀਰ ਜੀ ਨੇ ਕਿਹਾ ਕਿ ਰਸਤੇ ਦੇ ਵਿੱਚ ਹੀਰੇ ਪਏ ਹੋਏ ਸੀ ਅਤੇ ਅੰਨਾ ਮਨੁੱਖ ਤੁਰਿਆ ਆਉਂਦਾ ਸੀ। ਜੋਤ ਬਿਨਾਂ
जगदीश की जग तो लंघे जाए, अंधा निकस्यो आए, कबीर जी ने बचन किया। सो इस प्रकार एक इस तरह की भी घटना है कि जिहड़ा कोहिनूर हीरा हिंदुस्तान दे विच पहाड़ी दे उत्तरों मिलिया सी किसी नूं, भेडां बकरियां वाले अयाली नूं। उन्हें अपने बेटे नूं दे छड्डिया चमकीला जिहा पत्थर, प्रकाश रात नूं हुंदा सी उहदे विचों। ते उत्थे एक भेडां खरीदण वाला आदमी आया, उसने 2 रुपइयां दियां जां 2 मोहरां दियां 2 भेडां लईआं ते तुरन लग्गिया उसने वो हीरा जिहड़ा कोहिनूर सी ना, हीरा जिहदे बारे ज्ञान नहीं सी अयाली नूं, भेडां चारदियां पहाड़ी तो मिलिया सी, ते उसने वो वेख्या खरीदण वाले ने, खरीददार ने, कहण लगा ये पत्थर मैनूं तुसीं दे सकदे हो, जिहड़ी चीज़ बच्चा खेड रहा। उन्होंने पता सी कि कदरदानी नूं समझ नहीं है, तो इस करके बच्चा खेड रहा। उन्हें कहा कि तुसीं दे सकदे? कहण लगा भी दसो, लै जाओ तुसीं। तो उसने वो जिहड़ी थैली सी उहदे पास, उहदे च 80 मोहरां सन, कुल 82 सन, 2 दियां 2 भेडां। कहण लगा जे तां मेरे कोल इहो कुछ ही है तो ये तुसीं रख लो। 80 मोहरां जां 80 रुपये दे के वो हीरा खरीद के लै आंदा। फिर उस वेले किसी मुगल बादशाह का राज से हिंदुस्तान च, उहदे कोल वेचिया, दमड़े कुछ वट्टे तो हीरा पसंद आया बादशाह नूं। फिर सहजे सहजे नूं तराशिया गया तो वो हीरा कोहिनूर सी। फिर ये अहमद शाह अब्दाली कोल चला गया, उहदे एक पुत्त राहीं, फिर उहदी नूंह राहीं भाई महाराजा रणजीत सिंह के हत्थ विच आया तो अज इंग्लैंड दे विच है, यानी कि उहदे वास्ते बड़ियां जंगां भी होईयां। तो इस तरह जो वो हीरा उहदी कीमत पाउण वालियां ने बहुत वड्डी कीमत पाई है, पर जिस नूं प्राप्त होया सी उहनूं उहदी कीमत दा नहीं सी पता, इस करके उहने कदर नहीं पाई। इउं गुरु के प्यारिओ, वाहिगुरू परमात्मा का जो नाम है वो बहुत वड्डी अहमियत महानता रखता है, पर कदरदान जो होवे, कदर शनाश होवे, कदर पछाणन वाला उही कदर पाएगा। तो जिहदे अंदर परमात्मा सच नूं वसा दिंदा, नाम नूं वसा दिंदा है, वो परमात्मा विच जुड़न की जिहड़ी युगती है उसकी कदर नूं प्राप्त करदा, जाण लैंदा। पाउणा दा मतलब है समझ लैंदा है। रव सस एको गृह उद्यानै, रव सूरज ते सस चंद्रमा, ते इन्हां दोवां विच एक परमात्मा ही है। उहदी दृष्टि विच वो जिहड़ा गुरमुख है ना, उहदे वास्ते सूरज होवे, चंद्रमा होवे, घर होवे जां उद्यान, बियाबान, उजाड़, सबनी थाई एक दे नाल ही जुड़िया रहिंदा। रव सूरज दी तपश है, सस चंद्रमा दी ठंड है, ते घर जिथे वासा करीदा, भावें वो घर च होवे, चाहे तपश विच, चाहे ठंड विच, चाहे उद्याना उजाड़ विच, उहदे वास्ते सब थावां बराबर हैं। उष्ण सीत समसर सब ताक है, गर्मी सर्दी, ठंड गर्मी, और इस तरह घर बार उजाड़ सब इको है। एक परमात्मा ही उहदे हिरदे च वसिया होया। करणी कीरत करम समाना, उहदी करणी की है? वाहिगुरू दी कीर्ति। उन्हें परमात्मा की कीर्ति, परमात्मा का जस रूपी महान करणी कमाई है, तो इस करणी विच बाकी सारे कर्म समा जाते हैं। बाकी उहदा सारा कर्म इहदे विच लीन हो गया, लय हो गया, भाव के समाप्त हो गया। होर कर्मां दी उहनूं लोड़ नहीं पई। होर कर्म वो नहीं कमाउंदा जिहड़ा वाहिगुरू दी कीर्ति रूपी करणी नूं कमा जांदा है। एक शब्द एक भिखिया मंगै, जोगी हजूर कहते ने भिखिया मंगते फिरदे ने, रोटियां दी, आटे आदि दी, दालां भाजियां दी, घरां च जा के अलख जगा जागा। पर सतगुरु कहते ने असीं उन्हां नूं जोगी नहीं मनदे। जिहड़ा एक शब्द, शब्द का अर्थ है ब्रह्म, शब्द का अर्थ है गुरां दा उपदेश, शब्द का अर्थ है संसार भी, शब्द का अर्थ है ब्रह्म अकाल पुरख, शब्द का अर्थ है अखरां दा जोड़, शब्द का अर्थ है नाम। एक शब्द जो ब्रह्म है, इको एक शब्द गुरां दा बख्शिया होया उपदेश है, वाहिगुरू दा नाम है, ये वो भिखिया मंगदा है। काया नगरी में मंगण चढ़ा जोगी, ता नाम पल्लै पाई। अपने शरीर रूपी नगरी विच बैठा होया, इत्थे भिखिया मंगदा फिरदा वो नाम दी, शब्द दी। ज्ञान ध्यान जुगत सच जागै,
ਉਹਦਾ ਗਿਆਨ, ਪਰਮਾਤਮਾ ਨਾਲ ਡੂੰਘੀ ਜਾਣ ਪਛਾਣ, ਇਹ ਤੇ ਧਿਆਨ, ਸੁਰਤ ਦਾ ਜੁੜਨਾ। ਗਿਆਨ ਹੁੰਦਾ ਜਾਣ ਪਛਾਣ, ਸਮਝ, ਗਿਆਤ, ਤੇ ਧਿਆਨ ਸੁਰਤ ਦਾ ਜੁੜਨਾ। ਜੁਗਤ ਸੱਚ ਜਾਗੈ, ਇਹੀ ਉਹਦੀ ਜੁਗਤੀ ਹੈ। ਉਹਦੇ ਅੰਦਰ ਸੱਚ ਜਾਗ ਪੈਂਦਾ ਹੈ। ਉਹਦਾ ਗਿਆਨ ਵੀ ਸੱਚ ਹੈ ਪਰਮਾਤਮਾ, ਉਹਦਾ ਧਿਆਨ ਵੀ ਸੱਚ ਹੈ ਪਰਮਾਤਮਾ, ਤੇ ਉਹਦੀ ਜੁਗਤੀ ਵੀ ਜੀਵਨ ਦੀ ਸੱਚ ਹੈ ਪਰਮਾਤਮਾ। ਇੰਜ ਉਹ ਜਾਗਦਾ ਹੈ, ਮਾਇਆ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ। ਪਰਮਾਤਮਾ ਦੇ ਸੱਚੇ ਨਾਮ ਵਿੱਚ ਉਹ ਜਾਗਿਆ ਹੋਇਆ। ਉਹਦਾ ਮਨ ਹਮੇਸ਼ਾ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। ਭੈ ਰਚ ਰਹਿ ਨਾ ਬਾਹਰ ਜਾਏ। ਵਾਹਿਗੁਰੂ ਪਰਮਾਤਮਾ ਨੂੰ ਸਦਾ ਹਾਜ਼ਰ ਨਾਜ਼ਰ ਜਾਣ ਕੇ ਪਰਮਾਤਮਾ ਦੇ ਭੈ ਅਦਬ ਦੇ ਵਿੱਚ ਰਚਿਆ ਰਹਿੰਦਾ ਹੈ। ਪਰਮਾਤਮਾ ਦੇ ਅਦਬ ਡਰ ਅੰਦਰ, ਭੈ ਅੰਦਰ ਰਚ ਕੇ ਉਹ ਰਹਿ ਸਮਾਂ ਬਤੀਤ ਕਰਦਾ ਹੈ, ਨਾ ਬਾਹਰ ਜਾਏ। ਔਰ ਉਹ ਅੰਦਰੋਂ ਬਾਹਰ ਨਹੀਂ ਜਾਂਦਾ, ਯਾਨੀ ਅੰਤਰਮੁਖ ਬਿਰਤੀ ਹੋ ਜਾਂਦੀ ਹੈ। ਤੇ ਬਾਹਰ ਹੈ ਮਾਇਆ, ਬਾਹਰ ਨੂੰ ਜਾਣਾ ਮਨ ਦਾ, ਇਹ ਮਾਇਆ ਪਿੱਛੇ ਜਾਣਾ ਹੈ। ਤੇ ਇਸ ਪ੍ਰਕਾਰ ਬਿਰਤੀ ਅੰਤਰਮੁਖ ਹੋ ਕੇ ਵਾਹਿਗੁਰੂ ਦੇ ਭੈ ਅਦਬ ਵਿੱਚ ਰਚਿਆ ਰਹਿੰਦਾ ਹੈ, ਤੇ ਬਾਹਰ ਮੁਖ ਨਹੀਂ ਹੁੰਦਾ, ਬਾਹਰ ਨੂੰ ਮਨ ਨਹੀਂ ਦੌੜਦਾ। ਕੀਮਤ ਕੌਣ ਰਹਿ ਲਿਵ ਲਾਏ। ਜੋ ਪਰਮਾਤਮਾ ਦੀ ਲਿਵ ਵਿੱਚ ਰਹਿੰਦਾ ਹੈ, ਲਿਵ ਹੁੰਦੀ ਹੈ ਸੁਰਤੀ ਦਾ ਪ੍ਰਵਾਹ ਲੱਗਾ ਰਹਿਣਾ ਪਰਮਾਤਮਾ 'ਚ। ਪਰਮਾਤਮਾ ਵਿੱਚ ਆਪਣੀ ਸੁਰਤੀ ਜੋੜ ਕੇ ਜਿਹੜਾ ਰਹਿੰਦਾ ਹੈ, ਜੀਵਨ ਬਤੀਤ ਕਰਦਾ ਹੈ, ਉਸ ਦੀ ਕੀਮਤ ਕੌਣ, ਭਾਵ ਕਿਹੜੀ ਉਹਦੀ ਕੀਮਤ ਹੈ, ਉਹਦੀ ਕਦਰ ਕੀ ਕੀਤੀ ਜਾ ਸਕਦੀ ਹੈ, ਕਿੰਨੀ ਕੁ ਮਹਾਨਤਾ ਹੈ ਉਸ ਦੀ, ਉਹਦੀ ਕੀਮਤ ਕੌਣ ਪਾ ਸਕਦਾ ਹੈ, ਉਹਦੀ ਮੁਕੰਮਲ ਕਦਰ ਨੂੰ, ਮਹਾਨਤਾ ਨੂੰ ਕੌਣ ਜਾਣ ਸਕਦਾ ਹੈ। ਆਪੇ ਮੇਲੇ ਭਰਮ ਚੁਕਾਏ। ਪਰਮਾਤਮਾ ਆਪ ਹੀ ਜਿਸ ਨੂੰ ਆਪਣੇ ਨਾਲ ਮੇਲਦਾ ਹੈ ਉਹ ਮਿਲਦਾ ਹੈ, ਤੇ ਵਾਹਿਗੁਰੂ ਹੀ ਬਖਸ਼ਿਸ਼ ਕਰਕੇ ਜੀਵ ਦੇ ਅੰਦਰੋਂ ਭਰਮ ਨੂੰ ਚੁਕਾਏ, ਦੂਰ ਕਰਦਾ, ਭਟਕਣਾ ਮੁਕਾ ਦਿੰਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਏ। ਉਹ ਜੀਵ, ਉਹ ਮਨੁੱਖ ਫਿਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਰਮ ਪਦਵੀ, ਇੱਕ ਪਦ ਬਹੁਤ ਉੱਚਾ ਹੈ, ਪਰਮ ਪਦ ਉਸ ਨੂੰ ਕਹਿੰਦੇ ਨੇ ਜਿੱਥੇ ਬੇਗਮ ਪੁਰਾ ਸ਼ਹਿਰ ਕੋ ਨਾਉ, ਦੁਖ ਅਦੋਹੋ ਨਹੀਂ ਤੇ ਠਾਓ। ਜਿੱਥੇ ਕੋਈ ਦੁੱਖ ਨਹੀਂ, ਅੰਦੇਸ਼ਾ ਨਹੀਂ, ਕੋਈ ਤਕਲੀਫ ਨਹੀਂ, ਕੋਈ ਘਬਰਾਹਟ ਨਹੀਂ, ਕੋਈ ਚਿੰਤਾ ਨਹੀਂ, ਉਹ ਐਸੀ ਅੰਦਰਲੀ ਅਵਸਥਾ ਹੈ। ਉਹ ਬੇਗਮ ਪੁਰਾ, ਗਮ ਤੋਂ ਰਹਿਤ ਪੁਰਾ ਸ਼ਹਿਰ ਹੈ। ਉਹ ਰਵਿਦਾਸ ਜੀ ਨੇ ਕਿਹਾ ਉਹ ਪਰਮ ਪਦਵੀ ਹੈ। ਗੁਰ ਕੀ ਸੇਵਾ ਸ਼ਬਦ ਵਿਚਾਰ। ਇੱਕ ਤਾਂ ਉਹ ਕਰਦਾ ਗੁਰਾਂ ਦੀ ਦੱਸੀ ਟਹਿਲ ਸੇਵਾ, ਯਾਨੀ ਭਗਤੀ। ਗੁਰ ਕੀ ਸੇਵਾ, ਗੁਰੂ ਕੀ ਟਹਿਲ, ਗੁਰ ਕੀ ਟਹਿਲ ਕਮਾਵਣੀ। ਸੋ ਇਸ ਪ੍ਰਕਾਰ ਗੁਰਾਂ ਦੀ ਦੱਸੀ ਸੇਵਾ ਭਗਤੀ, ਤੇ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰਨਾ। ਹਉਮੈ ਮਾਰੇ ਕਰਨੀ ਸਾਰ। ਇੰਜ ਉਹ ਆਪਣੀ ਹੰਗਤਾ ਨੂੰ ਮਾਰਦਾ। ਸਰੀਰਕ ਤੌਰ 'ਤੇ ਗੁਰਾਂ ਦੀ ਸੇਵਾ, ਸਤਸੰਗੀਆਂ ਦੀ ਸੇਵਾ, ਖਲਕਤ ਦੀ ਸੇਵਾ, ਤੇ ਮਨ ਕਰਕੇ ਵਿਚਾਰ ਕਰਦਾ ਗੁਰੂ ਦੇ ਸ਼ਬਦ ਉਪਦੇਸ਼ ਦੀ। ਇੰਜ ਆਪਣੇ ਅੰਦਰੋਂ ਹਉਮੈ ਨੂੰ ਮਾਰ ਲੈਂਦਾ ਹੈ। ਇਹੀ ਸ੍ਰੇਸ਼ਟ ਕਰਨੀ ਹੈ। ਮਹਾਰਾਜ ਦੱਸ ਰਹੇ ਨੇ ਵੀ ਕੀ ਕਰਨਾ ਚਾਹੀਦਾ, ਕੀ ਹੈ ਯੋਗ ਕਮਾਉਣਾ, ਕੀ ਹੈ ਜਪ ਤਪ ਸੰਜਮ ਕਿਆ ਹੈ। ਹਜ਼ੂਰ ਕਹਿੰਦੇ ਨੇ ਭਗਤੀ ਦੇ ਸਾਧਨਾਂ ਵਿੱਚੋਂ ਇਹੋ ਹੀ ਸ੍ਰੇਸ਼ਟ ਹੈ। ਇੰਜ ਹਉਮੈ ਮਾਰੇ, ਹੰਗਤਾ ਨੂੰ ਮਾਰੇ, ਇਹ ਸ੍ਰੇਸ਼ਟ ਕਰਨੀ ਹੈ। ਜਪ ਤਪ ਸੰਜਮ ਪਾਠ ਪੁਰਾਣ, ਲੋਕ ਜਿਹੜੇ ਸਾਧਨ ਕਰਦੇ ਨੇ, ਕਿਸੇ ਦੇਵਤੇ ਦੇ ਨਾਮ ਦਾ ਮੰਤਰ ਜਪਣਾ, ਤੇ ਤਪ ਕਰਨਾ, ਹੱਠ ਕਰਨਾ, ਪੁੱਠੇ ਲਟਕਣਾ, ਜਲ ਧਾਰੇ ਕਰਨੇ, ਸੂਰਜ ਦੀ ਗਰਮੀ ਸਹਾਰਨੀ, ਆਪਣੇ ਆਪ ਸਰੀਰ ਨੂੰ ਤਪਾਉਣਾ, ਇਹ ਤਪ ਹੈ। ਸੰਜਮ, ਇੰਦਰੀਆਂ ਨੂੰ ਰੋਕਣ ਦੇ ਯਤਨ ਵਿੱਚ ਲੱਗਣਾ। ਤੇ ਪੁਰਾਤਨ ਸਮੇਂ ਦੇ ਜਿਹੜੇ ਗ੍ਰੰਥ ਨੇ, ਉਂਝ ਤੇ 18 ਪੁਰਾਣ ਨੇ, ਪਰ ਪੁਰਾਣ ਦਾ ਅਰਥ ਇਹ ਵੀ ਕਰਦੇ ਨੇ ਪੁਰਾਣੇ ਗ੍ਰੰਥ, ਪੁਰਾਣਾ ਗਿਆਨ ਜੋ ਲਿਖਿਆ ਹੋਇਆ। ਉਹਨਾਂ ਪੁਰਾਣ ਆਦਿਕ ਗ੍ਰੰਥਾਂ ਦਾ ਪਾਠ ਕਰਨਾ ਉਸ ਵਿਅਕਤੀ ਵਾਸਤੇ ਕੀ ਹੈ ਜਿਹੜਾ ਪ੍ਰਮਾਤਮਾ ਦੇ ਅਸਲ ਮਾਰਗ 'ਤੇ ਚੱਲਿਆ, ਸਤਿਗੁਰੂ ਦੇ ਦੱਸੇ ਮਾਰਗ 'ਤੇ ਚੱਲਿਆ ਹੋਇਆ। ਉਹਦੇ ਵਾਸਤੇ ਜਪ ਤਪ ਸੰਜਮ ਤੇ ਪੁਰਾਣਾ ਦਾ ਪਾਠ ਕਿਆ ਹੈ। ਕਹੋ ਨਾਨਕ ਅਪਰੰਪਰ ਮਾਨ। ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਅਪਰ ਅਪਾਰ ਬੇਅੰਤ ਹੈ ਨਾ ਪ੍ਰਮਾਤਮਾ, ਉਹਦੇ ਵਿੱਚ ਮਨ ਨੂੰ ਗਿਝਾ ਲੈਣਾ, ਮਨ ਦਾ ਉਹਦੇ 'ਚ ਮਨ ਜਾਣਾ। ਅਪਰੰਪਰ ਪਰਮਾਤਮਾ ਨਾਲ ਮਨ ਮੰਨਿਆ ਹੋਣਾ, ਇਹਦੇ ਵਿੱਚ ਹੀ ਸਾਰਾ ਕੁਝ ਆ ਗਿਆ। ਉਹਨੇ ਜਪ ਵੀ ਕਰ ਲਿਆ, ਤਪ ਵੀ, ਸੰਜਮ ਵੀ, ਪੁਰਾਣਾ ਦਾ ਪਾਠ ਵੀ,
ਸਾਰਾ ਕੁਝ ਵਿੱਚ ਆ ਗਿਆ, ਉਹਨੂੰ ਹੁਣ ਇਹ ਹੋਰ ਕੁਝ ਕਰਨ ਦੀ ਲੋੜ ਨਹੀਂ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਗੁਰਦੇਵ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਨੇ, ਖਿਮਾ ਗਹੀ ਬ੍ਰਤ ਸੀਲ ਸੰਤੋਖੰ। ਜਿਸ ਵਿਅਕਤੀ ਨੇ ਖਿਮਾ ਦਾ ਗੁਣ ਗ੍ਰਹਿਣ ਕਰ ਲਿਆ, ਇੱਕ ਸਾਰ ਕਿਤਾਬ ਲਈ ਛੋਟਾ ਜਿਹਾ ਗ੍ਰੰਥ ਹੈ, ਉਹਦੇ ਵਿੱਚ ਬਚਨ ਲਿਖੇ ਹੋਏ ਨੇ, ਸਮ ਸੰਤੋਖ ਨ ਔਰ ਸੁਖ। ਸੰਤੋਖ ਦੇ ਬਰਾਬਰ ਹੋਰ ਕੋਈ ਸੁਖ ਹੀ ਨਹੀਂ ਹੈ। ਤਪ ਨਾ ਖਿਮਾ ਸਮ ਜਾਨ। ਤੇ ਖਿਮਾ ਦੇ ਬਰਾਬਰ ਹੋਰ ਕੋਈ ਤਪੱਸਿਆ ਹੀ ਨਹੀਂ ਹੈ। ਕਿਸੇ ਦੇ ਕਹੇ ਹੋਏ ਕੌੜੇ ਕਸੈਲੇ ਵਾਕ ਨੂੰ ਸਹਾਰ ਲੈਣਾ, ਕਿਸੇ ਦੀ ਕੀਤੀ ਵਧੀਕੀ ਨੂੰ ਜਰ ਲੈਣਾ, ਉਹਨੂੰ ਖਿਮਾ ਕਰ ਦੇਣਾ, ਮੁਆਫ ਕਰ ਦੇਣਾ। ਸੋ ਇਸ ਪ੍ਰਕਾਰ ਇਹ ਵੱਡਾ ਤਪ ਹੈ, ਵੱਡੀ ਤਪੱਸਿਆ ਹੈ। ਬ੍ਰਹਮ ਗਿਆਨ ਸਮਦਾਨ ਨੈ ਤੇ ਧਰਮ ਨਾ ਦਇਆ ਸਮਾਨ। ਇਹ ਗੁਣ ਧਾਰਨ ਕਰਨੇ ਹੋਰਨਾਂ ਤਪੱਸਿਆ ਨਾਲੋਂ ਬਹੁਤਾ ਔਖਾ ਕੰਮ ਹੈ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਖਿਮਾ ਗਹੀ। ਜਿਨ੍ਹਾਂ ਨੇ ਆਪਣੇ ਹਿਰਦੇ ਦੇ ਅੰਦਰ ਲੋਕਾਂ ਦੀਆਂ ਵਧੀਕੀਆਂ, ਭਈ ਇਹ ਸਧਾਰਨ ਲੋਕ ਜਾਂ ਮੂਰਖ ਲੋਕ ਨੇ, ਸੰਸਾਰੀ ਲੋਕ ਨੇ, ਕੋਈ ਗੱਲ ਨਹੀਂ, ਰੱਬ ਦੇ ਬੰਦੇ ਹਨ। ਜੇ ਇਹਨਾਂ ਵਧੀਕੀ ਕਰ ਲਈ ਤੇ ਕੋਈ ਬਾਤ ਨਹੀਂ। ਵੱਧ ਘੱਟ ਬੋਲ ਲਿਆ, ਮੇਰਾ ਦਿਲ ਦੁਖਾਉਣ ਦਾ ਯਤਨ ਨਾ ਕੀਤਾ, ਪਰ ਦਿਲ ਦੁਖਿਆ ਨਹੀਂ ਉਸ ਗੁਰਮੁਖ ਦਾ, ਸਹਾਰ ਲਿਆ ਉਹਨੇ। ਇਹ ਕਹਿੰਦੇ ਝੱਲ ਨਹੀਂ ਸਕਦਾ ਮਨੁੱਖ। ਇੱਕ ਨੇ ਇੱਕ ਮੰਦਾ ਬਚਨ ਬੋਲਿਆ ਸੀ, ਚਾਰ ਅੱਗੋਂ ਬੋਲੇ, ਖਿਮਾ ਨਾ ਕੀਤਾ। ਇਹ ਆਪਣੇ ਮਨ ਨੂੰ ਸਮਝਾ ਲੈਣਾ, ਇਸ ਅਵਸਥਾ ਚਲੇ ਜਾਣਾ। ਇਹ ਖਿਮਾ ਦਾ ਗੁਣ ਬਹੁਤ ਵੱਡਾ। ਖਿਮਾ ਗਹੀ, ਗਹੀ ਮੈਨੇ ਪਕੜੀ, ਗ੍ਰਹਿਣ ਕਰ ਲਈ, ਜਿਨ੍ਹਾਂ ਖਿਮਾ ਫੜ ਲਈ। ਹਜ਼ੂਰ ਕਹਿੰਦੇ ਖਿੰਥਾ ਖਿਮਾ ਹੰਢਾਵੋ। ਜੇ ਜੋਗੀ ਬਣਨਾ ਨਾ ਤਾਂ ਖਿਮਾ ਦੀ ਗੋਦੜੀ ਹੰਢਾਓ, ਅਸਲ ਜੋਗੀ ਤਾਂ ਬਣੋਗੇ। ਬਾਹਰੀ ਤੌਰ 'ਤੇ ਲੀਰਾਂ ਦੀ ਜੁੱਲੀ ਧਾਰਨ ਕਰ ਲਈ ਗੋਦੜੀ, ਪਰ ਮਨ 'ਚ ਖਿਮਾ ਦਾ ਗੁਣ ਨਹੀਂ ਆਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਿਆਲਕੋਟ ਗਏ। ਉਹ ਪਾਕਿਸਤਾਨ ਵਿੱਚ ਹੈ ਸਿਆਲਕੋਟ ਸ਼ਹਿਰ। ਉੱਥੇ ਗਏ ਤੇ ਉਸ ਪਿੰਡ ਦੇ ਲੋਕ, ਉਸ ਨਗਰ ਦੇ ਲੋਕ ਆਪਣਾ ਸਮਾਨ ਗੱਡਿਆਂ 'ਤੇ ਲੱਦ ਰਹੇ ਸੀ। ਬੜਾ ਰੌਲਾ ਰੱਪਾ ਪਿਆ ਹੋਇਆ, ਪਿੰਡ ਛੱਡ ਕੇ ਜਾ ਰਹੇ ਸਨ। ਹਜ਼ੂਰ ਪਹੁੰਚ ਗਏ, ਉੱਥੇ ਜਾਣ ਕੇ ਹੀ ਗਏ ਸਨ। ਅੰਤਰਜਾਮੀ ਦਾਤਾ ਜੀ ਕਹਿੰਦੇ ਵੀ ਦੱਸੋ ਕੀ ਗੱਲ ਹੋਈ, ਬੜਾ ਰੌਲਾ ਰੱਪਾ, ਤੁਸੀਂ ਪਿੰਡ ਛੱਡ ਕੇ ਕਿਤੇ ਜਾ ਰਹੇ ਹੋ, ਕੀ ਹੋਇਆ? ਕਹਿਣ ਲੱਗੇ ਜੀ ਇਸ ਪਿੰਡ ਦੇ ਸਿਆਲਕੋਟ ਦੇ ਬਾਹਰ ਉਹ ਜਿਹੜਾ ਮੱਠ ਦਿਸਦਾ ਹੈ, ਉੱਥੇ ਇੱਕ ਹਮਜ਼ਾ ਗੌਂਸ ਨਾਂ ਦਾ ਫਕੀਰ ਰਹਿੰਦਾ, ਤੇ ਇਸ ਪਿੰਡ ਦੇ ਸ਼ਾਹੂਕਾਰ ਤੇ ਸ਼ਾਹੂਕਾਰਨੀ ਉਹਦੇ ਕੋਲ ਜਾਇਆ ਕਰਦੇ ਸਨ। ਉਹਨਾਂ ਦੇ ਘਰ ਸੰਤਾਨ ਨਹੀਂ ਸੀ। ਉਹਨਾਂ ਨੇ ਉਸ ਫਕੀਰ ਨੂੰ ਬੇਨਤੀ ਕੀਤੀ ਕਿ ਜੇ ਸਾਡੇ ਘਰ ਬੱਚਾ ਪੈਦਾ ਹੋਵੇ ਤਾਂ ਮਹਾਂਪੁਰਸ਼ੋ ਤੁਹਾਨੂੰ ਹੀ ਦੇ ਦਿਆਂਗੇ। ਉਹ ਹੁਣ ਸ਼ਾਹੂਕਾਰ ਦੇ ਘਰ ਬੇਟਾ ਪੈਦਾ ਹੋਇਆ, ਸ਼ਾਹੂਕਾਰਨੀ ਦੀ ਕੁੱਖ ਤੋਂ। ਬੱਚਾ ਥੋੜ੍ਹਾ ਜਿਹਾ ਸਿਆਣਾ ਹੋਇਆ ਤੇ ਉਹ ਫਕੀਰ ਨੂੰ ਭੁੱਲੇ ਨਹੀਂ, ਪਰ ਉਹ ਬੇਨਤੀਆਂ ਕਰਦੇ ਨੇ ਚਰਨ ਫੜ ਫੜ ਕੇ ਵੀ ਤੁਸੀਂ ਇਹ ਬੱਚਾ ਸਾਥੋਂ ਨਾ ਲਓ, ਇੱਕੋ ਇੱਕ ਤਾਂ ਸਾਨੂੰ ਮਿਲਿਆ, ਇਹ ਬੱਚਾ ਤੁਸੀਂ ਲਓ ਨਾ। ਸੋਨਾ ਚਾਂਦੀ ਘਰ-ਬਾਰ ਜੋ ਕੁਝ ਵੀ ਹੈ ਅਸੀਂ ਤੁਹਾਡੀ ਭੇਟਾ ਰੱਖ ਦਿੰਦੇ ਹਾਂ, ਪਰ ਸਾਨੂੰ ਮੋਹ ਇਸ ਬੱਚੇ ਨਾਲ, ਤੁਸੀਂ ਲਓ ਨਾ। ਪਰ ਉਹ ਇਸ ਗੱਲੋਂ ਖਫਾ ਹੋ ਗਿਆ। ਕਹਿਣ ਲੱਗਾ ਇਸ ਪਿੰਡ 'ਚ ਝੂਠੇ ਲੋਕ ਵੱਸਦੇ ਨੇ, ਵਜਨ ਤੋਂ ਫਿਰ ਜਾਣ ਵਾਲੇ ਲੋਕ ਵੱਸਦੇ ਨੇ, ਤੇ ਇਸ ਕਰਕੇ ਮੈਂ ਹੁਣ ਚਿਲਾ ਕੱਟਣਾ, ਭਾਵ ਕਿ ਮੈਂ 40 ਦਿਨ ਕਿਸੇ ਮੰਤਰ ਦਾ ਜਾਪ ਕਰਕੇ ਤੇ ਫਿਰ ਇਸ ਪਿੰਡ ਨੂੰ ਅੱਗ ਲਾ ਕੇ ਸਾੜ ਦੇਣਾ। ਤੇ ਉਹ 40 ਦਿਨ ਦੇ ਪੂਰੇ ਹੋਣ ਵਾਲੇ ਨੇ ਤੇ ਉਹ ਮੱਠ 'ਚ ਬੈਠਾ ਹੋਇਆ। ਤਾਂ ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿਤੇ ਜਾਣ ਦੀ ਲੋੜ ਨਹੀਂ, ਅਸੀਂ ਸਮਝਾ ਲੈਂਦੇ। ਤਾਂ ਸਤਿਗੁਰੂ ਗਏ, ਆਵਾਜ਼ਾਂ ਮਾਰਦੇ ਸਨ, ਉਹ ਦਰਵਾਜ਼ਾ ਨਹੀਂ ਸੀ ਖੋਲ੍ਹਦਾ, ਮੱਠ 'ਚੋਂ ਬਾਹਰ ਨਹੀਂ ਸੀ ਨਿਕਲਦਾ। ਫਿਰ ਆਖਰ ਸਤਿਗੁਰੂ ਮਹਾਰਾਜ ਨੇ ਆਪਣੀ ਨਿਗਾਹ ਪਾਈ, ਦ੍ਰਿਸ਼ਟੀ ਪਾਈ, ਉਹਦਾ ਜਿਹੜਾ ਚਿਲਾ ਸੀ, ਚਲੀਸਾ ਸੀ, ਉਹ ਭੰਗ ਹੋ ਗਿਆ। ਤੇ ਫਿਰ ਬਾਹਰ ਆ ਕੇ ਪਹਿਲਾਂ ਤਾਂ ਖਫਾ ਹੋਇਆ ਵੀ ਕੌਣ ਹੋ ਤੁਸੀਂ, ਮੇਰਾ ਚਲੀਸਾ ਤੁਸੀਂ ਭੰਗ ਕਰਤਾ। ਤਾਂ ਫਿਰ ਆਖਰ ਚਰਨਾਂ 'ਤੇ ਡਿੱਗਣਾ ਪਿਆ। ਹਜ਼ੂਰ ਨੇ ਕਿਹਾ ਤੇਰੇ ਵਿੱਚ ਤੇ ਇਹਨਾਂ ਸੰਸਾਰੀਆਂ 'ਚ ਅੰਤਰ ਕੀ ਹੋਇਆ? ਉਹਨਾਂ ਦੇ ਤੇ ਘਰ ਸੰਤਾਨ ਪੈਦਾ ਹੋਈ ਆ, ਉਹਨਾਂ ਦਾ ਖੂਨ ਹੈ, ਤੇ ਉਹਨਾਂ ਪਾਲਿਆ ਬੜੀ ਸ਼ਿੱਦਤ ਨਾਲ ਉਸ ਬੱਚੇ ਨੂੰ, ਬੜੇ ਦੁੱਖ ਝੱਲੇ ਉਹਦੀ ਮਾਂ ਨੇ, ਪਿਓ ਨੇ, ਤੇ ਤੂੰ ਕਿੱਥੋਂ ਦਿੱਤਾ? ਤੂੰ ਪ੍ਰਮਾਤਮਾ ਖੁਦਾ ਅੱਗੇ ਫਰਿਆਦ ਕੀਤੀ ਹੋਵੇਗੀ ਨਾ। ਜੇ ਵਾਹਿਗੁਰੂ ਨੇ ਬਖਸ਼ ਦਿੱਤਾ, ਪ੍ਰਮਾਤਮਾ ਕਰਤਾਰ ਨੇ, ਤੇ ਤੂੰ ਮੇਰ ਕਿਉਂ ਕਰਦਾ ਹੈ? ਸਾਧਾਂ ਫਕੀਰਾਂ ਦਾ ਸੁਭਾਅ ਦਾ ਬਹੁਤ ਉੱਚਾ ਹੋਣਾ ਚਾਹੀਦਾ। ਕਿਸੇ ਦੇ ਔਗਣ ਨੂੰ ਖਿਮਾ ਕਰ ਦੇਣਾ, ਵਧੀਕੀ ਨੂੰ ਵੀ ਜਰ ਲੈਣਾ ਚਾਹੀਦਾ। ਉਹਨਾਂ ਦੇ ਤੇਰੇ ਨਾਲ ਕੋਈ ਬੁਰਾ ਕੀਤਾ ਹੀ ਨਹੀਂ, ਉਹਦੇ ਤਰਲੇ ਲੈਂਦੇ, ਤੈਨੂੰ ਕੁਛ ਦੇਣਾ ਚਾਹੁੰਦੇ ਨੇ ਵੀ ਲੈ ਲਾ ਜੋ ਲੈਣਾ, ਪਰ ਬੱਚਾ ਨਾ ਲਾ।
ਤੇ ਜੇ ਤੇਰੀ ਵੀ ਪਕੜ ਇਸੇ ਤਰ੍ਹਾਂ ਹੀ ਹੈ ਵੀ ਮੈਂ ਉਹਨੂੰ ਆਪਣਾ ਚੇਲਾ ਬਣਾਵਾਂ, ਆਪਣੇ ਥਾਂ ਤੇ ਗੱਦੀਦਾਰ ਬਣਾ ਦਿਆਂ, ਮੇਰਾ ਵੀ ਨਾਮ ਦੁਨੀਆ ਤੇ ਚੱਲਦਾ ਰਹੇ, ਤੇ ਫਿਰ ਤੇਰੇ ਤੇ ਉਹਨਾਂ ਸੰਸਾਰੀਆਂ 'ਚ ਕੋਈ ਅੰਤਰ ਨਹੀਂ। ਤੂੰ ਫਕੀਰ ਨਹੀਂ ਹੈ, ਤੂੰ ਤਾਂ ਜ਼ਾਲਮ ਬੰਦਾ, ਸਾਰੇ ਨਗਰ ਨੂੰ ਸਾੜਨਾ ਚਾਹੁੰਦਾ। ਫਿਰ ਚਰਨ ਪਕੜੇ ਸਨ ਗੁਰੂ ਨਾਨਕ ਸਾਹਿਬ ਦੇ, ਫਿਰ ਸਿੱਧੇ ਮਾਰਗ ਤੇ ਪਿਆ। ਇਸ ਪ੍ਰਕਾਰ ਹਜੂਰ ਕਹਿੰਦੇ ਨੇ ਖਿਮਾ ਗਹੀ, ਜਿਨ੍ਹਾਂ ਨੇ ਖਿਮਾ ਦਾ ਗੁਣ ਗ੍ਰਹਿਣ ਕਰ ਲਿਆ। ਬ੍ਰਤ ਸੀਲ ਸੰਤੋਖੰ, ਇਹੀ ਵੱਡਾ ਵਰਤ ਹੈ ਜਿਹੜਾ ਸੀਲ ਨਰਮ ਚਿੱਤ ਹੋਣਾ ਤੇ ਸੰਤੋਖ ਨੂੰ ਧਾਰਨ ਕਰਨਾ, ਸੰਤੁਸ਼ਟਤਾ। ਹਜੂਰ ਕਹਿੰਦੇ ਨੇ ਖਿਮਾ ਨੂੰ ਗ੍ਰਹਿਣ ਕੀਤਾ ਔਰ ਸੀਲ ਨਰਮ ਸੁਭਾਅ ਬਣਾਇਆ ਤੇ ਸੰਤੋਖ ਧਾਰਨ ਕੀਤਾ। ਇਹੀ ਬ੍ਰਤ ਹੈ, ਇਹੀ ਸੰਜਮ ਹੈ, ਇਹੀ ਘੱਟ ਖਾਣਾ ਖੁਰਾਕ ਦਾ। ਸੋ ਇਸ ਪ੍ਰਕਾਰ ਰੋਗ ਨਾ ਵਿਆਪੈ ਨਾ ਜਮ ਦੋਖੰ। ਜਿਹੜਾ ਵਿਅਕਤੀ ਇਹ ਗੁਣ ਧਾਰਨ ਕਰ ਲੈਂਦਾ ਹੈ, ਉਹਨੂੰ ਫਿਰ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਵਿੱਚੋਂ ਕੋਈ ਰੋਗ ਨਹੀਂ ਵਿਆਪਦਾ। ਇਹ ਰੋਗ ਹੀ ਚੰਬੜੇ ਹੋਏ ਨੇ ਨਾ। ਹਉਮੈ ਰੋਗ ਮਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਆਦਿਕ ਬਚਨ ਕਹੇ ਹਨ। ਫਿਰ ਇਹ ਰੋਗ ਨਹੀਂ ਕੋਈ ਵਿਆਪਦਾ ਤੇ ਨਾ ਜਮ ਦੁੱਖ। ਜਦੋਂ ਇਹ ਰੋਗ ਨਹੀਂ ਚੰਬੜੇ ਤੇ ਫਿਰ ਜਮਾਂ ਦਾ ਜਿਹੜਾ ਦੁੱਖ ਦਰਦ ਮੈਨੂੰ ਮਿਲਣਾ, ਪੀੜਾ ਮਿਲਣੀ, ਉਹ ਵੀ ਨਹੀਂ ਮਿਲਦੀ। ਜਮਾਂ ਦਾ ਦੁੱਖ, ਡਰ ਵੀ ਨਹੀਂ ਰਹਿ ਜਾਂਦਾ। ਜਮ ਦਾ ਦੋਸ਼, ਜਮਾਂ ਦੇ ਵੱਸ ਪੈਣਾ, ਉਹ ਚੀਜ਼, ਉਹ ਡਰ ਜਮਾਂ ਦਾ, ਜਮਾਂ ਦੀ ਅਧੀਨਗੀ, ਉਹ ਨਹੀਂ ਰਹਿ ਜਾਂਦਾ। ਮੁਕਤ ਭਏ ਪ੍ਰਭ ਰੂਪ ਨਾ ਰੇਖੰ, ਉਹ ਫਿਰ ਉਸ ਪਰਮਾਤਮਾ ਦਾ ਰੂਪ ਬਣ ਗਏ ਜੋ ਪਰਮਾਤਮਾ ਦਾ ਕੋਈ ਆਕਾਰ ਨਹੀਂ, ਕੋਈ ਮਸ਼ ਕਸ਼ ਰੇਖਾ ਨਹੀਂ ਜਿਹਦੇ ਸਰੂਪ ਵਿੱਚ ਰੇਖਾ, ਲਕੀਰ ਭਾਵ ਕਿ ਕੋਈ ਕਾਲਖ ਨਹੀਂ, ਤੇ ਇਸੇ ਤਰ੍ਹਾਂ ਮਸ਼ ਕਸ਼ ਰੇਖਾ ਵੀ ਕੋਈ ਨਹੀਂ। ਸਾਡੇ ਹੱਥਾਂ ਪੈਰਾਂ 'ਤੇ ਲਕੀਰਾਂ ਰੇਖਾ ਹਨ, ਉਹਦੇ 'ਤੇ ਲੇਖ ਨਹੀਂ ਕੋਈ ਕਰਮਾਂ ਦਾ। ਇਹ ਰੇਖਾ ਨੂੰ ਕਰਮਾਂ ਦਾ ਲੇਖ ਮੰਨਿਆ ਜਾਂਦਾ ਨਾ, ਭਾਗ ਮੰਨਿਆ ਜਾਂਦਾ ਮਸਤਕ 'ਤੇ ਵੀ, ਹੱਥਾਂ 'ਤੇ ਵੀ। ਔਰ ਨਾ ਪਰਮਾਤਮਾ ਦਾ ਕੋਈ ਰੂਪ ਦਿਖਾਈ ਦਿੰਦਾ। ਉਸ ਪ੍ਰਭੂ ਦਾ ਰੂਪ ਉਹ ਹੋਏ, ਮੁਕਤ ਸਰੂਪ ਹੋਏ। ਪਰਮਾਤਮਾ ਵੀ ਸੁਤੰਤਰ ਹੈ ਤੇ ਉਹ ਵੀ ਮੁਕਤ ਰੂਪ ਹੋ ਗਏ, ਬੰਦ ਖਲਾਸ, ਵਿਕਾਰਾਂ ਤੋਂ ਖਲਾਸੀ ਵਾਲੀ ਅਵਸਥਾ। ਉਹ ਮੁਕਤ ਰੂਪ ਹਨ, ਸੁਤੰਤਰ ਰੂਪ ਹਨ। ਪ੍ਰਭੂ ਪਰਮਾਤਮਾ ਦਾ ਰੂਪ ਹਨ ਜਿਸ ਦਾ ਕੋਈ ਰੂਪ ਰੇਖ ਨਹੀਂ ਹੈ। ਜੋਗੀ ਕੋ ਕੈਸਾ ਡਰ ਹੋਏ, ਜਿਹੜਾ ਵਾਹਿਗੁਰੂ ਦਾ ਸੱਚਾ ਜੋਗੀ ਹੈ ਨਾ, ਪਰਮਾਤਮਾ ਜੁੜਨ ਦਾ ਨਾਮ ਹੈ ਜੋਗ, ਤੇ ਜਿਹੜਾ ਜੁੜਿਆ ਹੋਇਆ ਉਹ ਜੋਗੀ। ਜਿਹੜਾ ਵਾਹਿਗੁਰੂ ਦਾ ਜੋਗੀ ਹੈ, ਪਰਮਾਤਮਾ ਜੁੜਿਆ ਹੋਇਆ ਭਾਈ, ਉਹਨੂੰ ਕਿਸ ਤਰ੍ਹਾਂ ਦਾ ਡਰ ਹੋ ਸਕਦਾ? ਭਾਵ ਕਿ ਕਿਵੇਂ ਉਹਨੂੰ ਕੋਈ ਡਰ ਵਿਆਪ ਸਕਦਾ? ਅਰਥ ਹੈ ਵੀ ਮਤਲਬ ਕੋਈ ਡਰ ਨਹੀਂ ਹੈ। ਜੋਗੀ ਨੂੰ ਕਿਸ ਤਰ੍ਹਾਂ ਕੋਈ ਡਰ ਹੋ ਸਕਦਾ? ਕੋਈ ਡਰ ਨਹੀਂ ਹੈ। ਰੂਖ ਬਿਰਖ ਗ੍ਰਹਿ ਬਾਹਰ ਸੋਏ, ਉਹਦੀ ਦ੍ਰਿਸ਼ਟੀ, ਉਹਦੀ ਅਵਸਥਾ ਇਹੋ ਜਿਹੀ ਹੈ ਭਈ ਰੁੱਖ ਜਿਹੜੇ ਹਨ, ਰੁੱਖ ਵੱਡਿਆਂ ਰੁੱਖਾਂ ਨੂੰ ਕਹਿ ਲਓ ਤੇ ਬਿਰਖ ਥੋੜ੍ਹੇ ਜਿਹੇ ਛੋਟੇ ਕਹਿ ਲਓ। ਸੋ ਇਸ ਪ੍ਰਕਾਰ ਜਾਂ ਰੁੱਖ ਜਿਹੜੇ ਆਪਣੇ ਆਪ ਹੀ ਕਹਿੰਦੇ ਉੱਗ ਪੈਣ, ਜਿਵੇਂ ਜੰਗਲਾਂ 'ਚ ਹੁੰਦੇ ਨੇ, ਬਿਰਸ਼ ਜਿਹੜੇ ਆਪ ਬੀਜ ਕੇ ਉਗਾ ਕੇ, ਸੋ ਉਹਨਾਂ ਦੀ ਸੰਭਾਲ ਕੀਤੀ ਜਾਏ ਜਿਨ੍ਹਾਂ ਦੀ, ਜਾਂ ਫਲਦਾਰ ਜਿਹੜੇ ਰੁੱਖ ਨੇ। ਸੋ ਰੁੱਖਾਂ ਬਿਰਖਾਂ 'ਚ ਤੇ ਗ੍ਰਹਿ ਘਰ ਤੇ ਬਾਹਰ ਉਜਾੜ ਵਿੱਚ, ਘਰੋਂ ਬਾਹਰ, ਅੰਦਰ ਤੇ ਬਾਹਰ, ਰੁੱਖ ਬਿਰਖ ਜਿੰਨੇ ਵੀ ਹਨ ਸਭਨਾਂ ਵਿੱਚ ਸੋਏ ਉਹੀ ਪਰਮਾਤਮਾ ਜਿਹਨੂੰ ਨਜ਼ਰੀ ਆਉਂਦਾ ਹੈ। ਉਹਨੂੰ ਕਿਸ ਤਰ੍ਹਾਂ ਕਿਸੇ ਪ੍ਰਕਾਰ ਦਾ ਕੋਈ ਡਰ ਵਿਆਪ ਸਕਦਾ? ਰਹਾਓ ਨਿਰਭਉ ਜੋਗੀ ਨਿਰੰਜਨ ਧਿਆਵੈ, ਐਸਾ ਜੋ ਜੋਗੀ ਹੈ ਪਰਮਾਤਮਾ ਦਾ ਹੀ ਡਰ ਉਹਦੇ ਅੰਦਰ ਹੈ, ਹੋਰ ਕੋਈ ਡਰ ਨਹੀਂ। ਨਿਰਭਉ ਹੋ ਗਿਆ ਉਹ। ਨਿਰਭਉ ਜਪੈ ਸਗਲ ਭਉ ਮਿਟੈ। ਪਰਮਾਤਮਾ ਦੇ ਡਰ ਅਦਬ ਵਿੱਚ ਰਹਿ ਕੇ ਉਸ ਨਿਰਭਉ ਸਰੂਪ ਨੂੰ ਜਪ ਕੇ ਉਹ ਜੋਗੀ ਨਿਰਭਉ ਹੋ ਗਿਆ। ਉਹ ਕਿਹੜਾ ਹੋਇਆ ਜੋਗੀ ਨਿਰਭਉ? ਨਿਰੰਜਨ ਧਿਆਵੈ, ਸ਼ੁੱਧ ਸਰੂਪ, ਮਾਇਆ ਕਾਲਖ ਤੋਂ ਰਹਿਤ ਜੋ ਪਰਮਾਤਮਾ, ਉਸ ਦਾ ਜੋ ਧਿਆਨ ਧਰਦਾ, ਜੋ ਵਾਹਿਗੁਰੂ ਨੂੰ ਸਿਮਰਦਾ ਹੈ, ਪਰਮਾਤਮਾ ਨਾਲ ਜੋ ਸੁਰਤ ਜੋੜਦਾ ਹੈ, ਉਹ ਜੋਗੀ ਨਿਰਭਉ ਹੈ। ਅਨ ਦਿਨ ਜਾਗੈ ਸੱਚ ਲਿਵ ਲਾਵੈ, ਸੱਚ ਸਰੂਪ ਪਰਮਾਤਮਾ ਹੈ, ਸਦਾ ਥਿਰ ਜੋ ਹੈ ਹਸਤੀ, ਤੇ ਸੱਚ ਹੀ ਪਰਮਾਤਮਾ ਦਾ ਨਾਮ ਹੈ। ਉਸ ਵਿੱਚ ਜਿਹੜਾ ਆਪਣੀ ਲਿਵ ਨੂੰ ਲਾਉਂਦਾ ਹੈ, ਸੁਰਤੀ ਦੇ ਪ੍ਰਵਾਹ ਨੂੰ ਜੋ ਪਰਮਾਤਮਾ ਵਿੱਚ ਜੋੜ ਦਿੰਦਾ, ਉਹ ਅਨੰਦਨ ਜਗ ਹੈ, ਉਹ ਜਾਗਰਤ ਹੈ। ਜਾਗਣਾ ਅੱਖਾਂ ਅੱਡੀਆਂ ਰਹਿਣੀਆਂ, ਖੁੱਲੀਆਂ ਰਹਿਣ ਦਾ ਨਾਮ ਜਾਗਣਾ ਨਹੀਂ ਹੈ। ਜਿਹੜੇ ਅਸੀਂ ਸੰਸਾਰੀ ਜੀਵ ਵਿਕਾਰਾਂ ਵਿੱਚ ਗਰਸੇ ਹੋਏ ਹਾਂ,
ਧੰਦਿਆਂ ਵਿੱਚ ਹੈ, ਗਰਸੇ ਸਾਡੀਆਂ ਅੱਖਾਂ ਦੇ ਅੱਗੇ ਮਾਇਆ ਦਿਸ ਰਹੀ ਹੈ, ਧੰਦਾ ਦਿਸ ਰਿਹਾ, ਵਕਾਰ ਦਿਸ ਰਹੇ ਨੇ। ਇਹ ਜਾਗਣਾ ਸਤਿਗੁਰੂ ਨੇ ਪ੍ਰਵਾਨ ਨਹੀਂ ਕੀਤਾ। ਇਹ ਅਸੀਂ ਸੁੱਤੇ ਹੋਏ ਹਾਂ। ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ। ਅੰਦਨ ਜਾਗੈ, ਰਾਤ ਦਿਨ ਉਹ ਜਾਗਦਾ ਹੈ। ਕਿਆ ਸੌਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਤੇ ਪੂਰੇ ਪੁਰਖ ਪ੍ਰਧਾਨ। ਵਾਹਿਗੁਰੂ ਦੇ ਸਿਮਰਨ ਵਿੱਚ ਜਿਉਣਾ, ਇਹ ਆ ਜਾਗਣਾ। ਰਾਤ ਦਿਨ ਉਹ ਮਾਇਆ ਦੇ ਹੱਲਿਆਂ ਵੱਲੋਂ, ਵਕਾਰਾਂ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ, ਇਹ ਹੈ ਜਾਗਣਾ। ਜੋ ਪ੍ਰਮਾਤਮਾ ਦੇ ਸੱਚੇ ਨਾਮ ਵਿੱਚ, ਪ੍ਰਮਾਤਮਾ ਦੇ ਸਰੂਪ ਵਿੱਚ ਹੀ ਆਪਣੀ ਲਿਵ ਨੂੰ, ਸੁਰਤ ਨੂੰ ਲਾਈ ਰੱਖਦਾ। ਸੋ ਜੋਗੀ ਮੇਰਾ ਮਨ ਭਾਵੈ। ਹਜ਼ੂਰ ਕਹਿੰਦੇ ਨੇ ਇਹੋ ਜਿਹਾ ਜਿਹੜਾ ਜੋਗੀ ਹੈ ਮੇਰੇ ਮਨ ਨੂੰ ਬਹੁਤ ਚੰਗਾ ਲੱਗਦਾ। ਹੋਵੇ ਸਹੀ ਕੋਈ ਸੱਚਾ ਜੋਗੀ, ਫਿਰ ਅਸੀਂ ਉਹਦੀ ਵਿਰੋਧਤਾ ਨਹੀਂ ਕਰਦੇ, ਉਸ 'ਤੇ ਕੋਈ ਕਿੰਤੂ ਪਰੰਤੂ ਨਹੀਂ ਅਸੀਂ ਕਰਾਂਗੇ। ਭਾਈ ਤੁਸੀਂ ਜੋਗੀ ਹੈ ਨਹੀਂ ਜੋ ਪਖੰਡ ਕਰਦੇ ਹੋ, ਲਿਬਾਸ ਧਾਰਨ ਕਰ ਲੈਂਦੇ ਹੋ, ਭੇਖ ਬਣਾ ਲੈਂਦੇ ਹੋ ਅਤੇ ਖਵਾਉਂਦੇ ਹੋ ਵੀ ਸਿਰਫ ਭੇਖ ਦਾ ਨਾਮ ਯੋਗ ਹੈ। ਨਹੀਂ। ਕਾਲ ਜਾਲ ਬ੍ਰਹਮ ਅਗਨੀ ਜਾਰੇ। ਕਾਲ ਮੌਤ ਦਾ ਜਿਹੜਾ ਜਾਲ ਹੈ, ਮਤਲਬ ਸਹਿਮ, ਕਾਲ ਦਾ ਜਾਲ, ਕਾਲ ਮੌਤ ਦਾ ਜਿਹੜਾ ਸਹਿਮ ਰੂਪੀ ਜਾਲ ਹੈ, ਡਰ ਹੈ, ਜਿਹਦੇ 'ਚ ਸਾਰਾ ਸੰਸਾਰ ਜਿਸ ਜਾਲ 'ਚ ਫਸਿਆ ਹੋਇਆ, ਇਹ ਉਹ ਆਪਣੇ ਅੰਦਰੋਂ ਬ੍ਰਹਮ ਅਗਨੀ ਬਾਲ ਕੇ ਇਹਨੂੰ ਜਾਲ ਲੈਂਦਾ, ਸਾੜ ਲੈਂਦਾ ਹੈ। ਕਾਲ ਦੇ ਜਾਲ ਨੂੰ, ਕਾਲ ਦੇ ਸਹਿਮ ਰੂਪੀ ਪ੍ਰਭਾਵ ਨੂੰ। ਉਹ ਬ੍ਰਹਮ ਅਗਨੀ ਦਾ ਅਰਥ ਹੈ ਬ੍ਰਹਮ ਪਰਮਾਤਮਾ ਦਾ ਪ੍ਰਗਟ ਹੋ ਜਾਣਾ, ਤੇ ਜਿਹੜਾ ਉਸ ਵਾਹਿਗੁਰੂ ਦੇ ਗਿਆਨ ਦਾ ਤੇਜ ਹੈ, ਉਸ ਅੱਗ ਦੇ ਨਾਲ, ਉਸ ਤੇਜ ਦੇ ਨਾਲ ਉਹ ਆਪਣੇ ਅੰਦਰੋਂ ਕਾਲ ਮੌਤ ਦੇ ਸਹਿਮ ਨੂੰ ਸਾੜ ਲੈਂਦਾ। ਜਰਾ ਮਰਣਗਤ ਗਰਭ ਨਿਵਾਰੇ। ਔਰ ਆਪਣੇ ਹਿਰਦੇ ਅੰਦਰੋਂ, ਕਿਉਂਕਿ ਉਹ ਗਰਭ, ਹੰਕਾਰ, ਤਕੱਬਰ ਨੂੰ ਦੂਰ ਕਰ ਲੈਂਦਾ, ਨਿਵਾਰ ਲੈਂਦਾ, ਇਸ ਕਰਕੇ ਜਰਾ ਮਰਣਗਤ। ਜਰਾ ਬੁਢੇਪਾ ਤੇ ਮਰਨਾ ਮੌਤ, ਇਹ ਗਤ ਨਾਸ ਹੋ ਗਏ ਨੇ। ਬੁਢੇਪੇ ਦਾ ਵੀ ਉਸ ਦੇ ਉੱਪਰ ਅਸਰ ਨਹੀਂ ਹੈ, ਕਿਉਂਕਿ ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ, ਅੰਤਰ ਸਹਿਜ ਧਿਆਨ ਹੋਏ, ਸਦਾ ਆਨੰਦ ਵਿਵੇਕ ਰਹਿ ਹੈ, ਦੁੱਖ ਸੁਖ ਏਕ ਸਮਾਨ। ਸਰੀਰ ਬੁੱਢਾ ਹੋ ਜਾਏ, ਜਵਾਨ ਹੋ ਜਾਏ, ਬੱਚਾ ਹੋ ਜਾਏ, ਕੁਛ ਹੋ ਜਾਏ, ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਉਸ ਅਵਸਥਾ 'ਚ ਪੈਂਦਾ। ਇਹ ਨਿਰਾਵਰਨ ਅਵਸਥਾ ਹੈ, ਨਿਰਵਾਣ ਪਦਵੀ ਹੈ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਰਾ ਮਰਨ ਗਤ ਗਰਭ ਨਿਵਾਰੇ। ਸੋ ਇਸ ਤਰ੍ਹਾਂ ਜਰਾ ਬੁਢੇਪਾ ਤੇ ਮਰਨ ਮੌਤ ਗਤ ਨਾਸ ਕਰ ਲਏ ਉਸਨੇ, ਜਿਸ ਨੇ ਅੰਦਰੋਂ ਗਰਭ ਹੰਕਾਰ ਨੂੰ ਨਿਵਾਰ ਲਿਆ। ਆਪ ਤਰੈ ਪਿਤਰੀ ਨਿਸਤਾਰੇ। ਆਪ ਤਾਂ ਤਰਦਾ ਹੀ ਹੈ ਸੰਸਾਰ ਸਮੁੰਦਰ ਤੋਂ। ਆਪਣੇ ਵੱਡੇ ਵਡੇਰੇ ਜਿਹੜੇ ਪਿਤਰ ਨੇ, ਪਿਤਰ ਹੁੰਦੇ ਨੇ ਜਿਹੜੇ ਇਸ ਦੁਨੀਆ ਤੋਂ ਜਾ ਚੁੱਕੇ, ਵੱਡ ਵਡੇਰੇ, ਪਿਤਾ ਪਿਤਾਮਾ ਆਦਿ ਸਾਰੇ ਜਿਹੜੇ ਵੱਡੇ ਵਡੇਰੇ ਨੇ, ਉਹਨਾਂ ਨੂੰ ਉਹ ਤਾਰ ਲੈਂਦਾ, ਨਿਸ ਪ੍ਰਪੰਚ ਸੰਸਾਰ ਤੋਂ ਤਾਰ ਲੈਂਦਾ। ਉਹਨਾਂ ਦਾ ਵੀ ਭਲਾ ਹੋ ਜਾਂਦਾ ਉਹਦੇ ਸਿਮਰਨ ਦੀ ਕਮਾਈ ਕਰਕੇ। ਸਤਿਗੁਰ ਸੇਵੇ ਸੋ ਜੋਗੀ ਹੋਏ। ਜਿਹੜਾ ਸਤਿਗੁਰੂ ਦੀ ਦੱਸੀ ਸੇਵਾ ਭਗਤੀ ਕਮਾਉਂਦਾ, ਸਤਿਗੁਰੂ ਦੀ ਟਹਿਲ ਕਮਾਉਂਦਾ, ਸਤਿਗੁਰੂ ਦੇ ਅਨੁਸਾਰੀ ਹੋ ਕੇ ਚੱਲਦਾ, ਸੋ ਜੋਗੀ ਹੋਏ। ਭਾਈ ਉਹੀ ਅਸਲ ਜੋਗੀ ਹੁੰਦਾ, ਉਹੀ ਸੱਚਾ ਜੋਗੀ ਹੈ। ਭੈ ਰਚ ਰਹਿ ਸੋ ਨਿਰਭਉ ਹੋਏ। ਭੈ ਕਿਉਂਕਿ ਦੋ ਤਰ੍ਹਾਂ ਦਾ, ਇੱਕ ਪਾਸੇ ਹਜ਼ੂਰ ਕਹਿੰਦੇ ਨੇ ਭੈ ਵਿੱਚ ਰਚਿਆ ਰਹਿੰਦਾ, ਤੇ ਅੱਗੇ ਕਹਿੰਦੇ ਨੇ ਉਹ ਨਿਰਭਉ ਹੋ ਜਾਂਦਾ। ਭੈ ਪਰਮਾਤਮਾ ਦਾ, ਵਾਹਿਗੁਰੂ ਦੇ ਡਰ ਅਦਬ ਦੇ ਅੰਦਰ ਰਹਿੰਦਾ ਕਿ ਪ੍ਰਮਾਤਮਾ ਸਭ ਕੁਝ ਜਾਣਦਾ ਹੈ, ਵੇਖਦਾ ਹੈ, ਉਹ ਮੈਥੋਂ ਹਿਸਾਬ ਲਵੇਗਾ, ਮੰਗੇਗਾ, ਮੈਂ ਉਹਦੇ ਭੈ ਵਿੱਚ ਰਹਾਂ, ਡਰ 'ਚ ਰਹਾਂ, ਬੁਰਾ ਕਰਮ ਨਾ ਕਮਾਵਾਂ। ਪਰਮਾਤਮਾ ਦੀ ਹੋਂਦ ਨੂੰ ਇਹ ਮੰਨਣਾ ਹੈ। ਜਿਹੜਾ ਵਾਹਿਗੁਰੂ ਦੇ ਭੈ ਅਦਬ ਸਤਿਕਾਰ ਵਿੱਚ ਰਚ ਕੇ ਰਹਿੰਦਾ, ਜੀਵਨ ਬਤੀਤ ਕਰਦਾ ਹੈ, ਸੋ ਨਿਰਭਉ ਹੈ। ਉਹ ਬਾਕੀ ਸੰਸਾਰ ਦੇ ਤਮਾਮ ਡਰਾਂ ਤੋਂ, ਜਿਵੇਂ ਮੌਤ ਦਾ ਹੀ ਡਰ ਹੈ, ਭੂਤਾਂ ਪ੍ਰੇਤਾਂ ਦਾ ਡਰ ਹੈ, ਕਿਸੇ ਦੁਸ਼ਮਣ ਦਾ ਡਰ ਹੈ, ਉਹ ਇਹਨਾਂ ਸਾਰੇ ਡਰਾਂ ਤੋਂ ਨਿਰਭਉ ਹੋ ਜਾਂਦਾ ਤੇ ਕਿਸੇ ਦੇ ਅਧੀਨ ਨਹੀਂ ਹੁੰਦਾ। ਜੈਸਾ ਸੇਵੈ ਤੈਸੋ ਹੋਏ। ਕਿਉਂਕਿ ਇਹ ਵਿਧਾਨ ਵੀ ਚੱਲਿਆ ਆ ਰਿਹਾ, ਅਸੂਲ ਹੈ, ਕੁਦਰਤੀ ਅਸੂਲ ਹੈ। ਜਿਸ ਤਰ੍ਹਾਂ ਦੇ ਵਿਅਕਤੀ ਦੇ ਸੰਗ ਤੁਸੀਂ ਰਹਿੰਦੇ ਹੋ, ਉਹਦਾ ਰੰਗ ਤੁਹਾਨੂੰ ਚੜ੍ਹਦਾ। ਤੇ ਜੈਸਾ ਸੇਵਾ, ਜਿਸ ਦੀ ਸੇਵਾ ਭਾਵ ਭਗਤੀ ਕਰਦਾ ਕੋਈ ਜੀਵ, ਤੈਸੋ ਉਹੋ ਜਿਹਾ ਹੋ ਜਾਂਦਾ। ਇਹ ਵਿਧਾਨ ਹੈ ਪਰਮਾਤਮਾ ਦਾ ਰਚਿਆ ਹੋਇਆ। ਜਿਸ ਦੀ ਸੇਵਾ ਭਗਤੀ, ਜਿਹਦੇ ਸਿਮਰਨ ਵਿੱਚ, ਜਿਹਦੀ ਯਾਦ ਵਿੱਚ ਤੂੰ ਜਿਉਣਾ,
ਜਿਹਦੇ ਨਾਲ ਮਨੋਂ ਤਦਾਕਾਰ ਹੋ ਰਿਹਾ ਉਹਦੇ ਵਰਗਾ ਹੀ ਬਣ ਜਾਏਗਾ। ਜੈਸਾ ਸੇਵਾ ਤੈਸੋ ਹੋਏ। ਜਿਸ ਤਰ੍ਹਾਂ ਦੇ ਪਰਮਾਤਮਾ ਦੀ ਉਹ ਸੇਵਾ ਭਗਤੀ ਕਰਦਾ ਹੈ ਤਾਂ ਉਸ ਪਰਮਾਤਮਾ ਵਰਗਾ ਹੀ ਹੋ ਜਾਂਦਾ। ਪਰਮਾਤਮਾ ਵੀ ਨਿਰਭਉ ਹੈ ਨਾ। ਨਰ ਨਿਹ ਕੇਵਲ ਨਿਰਭਉ ਨਾਉ। ਸਾਰੇ ਨਰਾਂ ਤੋਂ ਨਿਹ ਕੇਵਲ ਸ਼ੁੱਧ ਉਹ ਨਰ ਪੁਰਸ਼ ਨਿਹ ਕੇਵਲ ਸ਼ੁੱਧ ਹੋ ਜਾਂਦਾ। ਨਿਰਭਉ ਨਾਉ, ਨਾਮ ਦੁਆਰਾ ਨਿਰਭਉ ਨਿਡਰ ਵੀ ਹੋ ਜਾਂਦਾ, ਉਹਨੂੰ ਡਰ ਵੀ ਨਹੀਂ ਕੋ ਰਹਿ ਜਾਂਦਾ। ਪਰਮਾਤਮਾ ਅਕਾਲ ਪੁਰਖ ਜਿਸ ਦਾ ਨਾਮ ਹੈ ਨਿਰਭਉ, ਉਸੇ ਦੇ ਨਾਲ ਜੁੜ ਕੇ ਉਹ ਨਿਹ ਕੇਵਲ ਸ਼ੁੱਧ ਸਰੂਪ ਹੋ ਜਾਂਦਾ। ਅਨਾਥ ਅਨਾਥ ਕਰੇ ਬਲ ਜਾਓ। ਜਿਹੜਾ ਪਹਿਲਾਂ ਅਨਾਥ ਯਤੀਮ ਹੈ, ਨਖਸਮੇ ਲੋਕਾਂ ਨੂੰ ਪਰਮਾਤਮਾ ਨਾਥ ਖਸਮ ਵਾਲੇ ਬਣਾ ਦਿੰਦਾ ਅਥਵਾ ਖਸਮ ਬਣਾ ਦਿੰਦਾ, ਕਿਉਂਕਿ ਅਨਾਥ ਅਨਾਥ ਕਰੇ, ਅਨਾਥਾਂ ਨੂੰ ਨਾਥ ਬਣਾ ਦਿੰਦਾ। ਆਪ ਖੁਦ ਯਤੀਮ ਹਨ, ਨਖਸਮੇ ਹਨ, ਪਰ ਪਰਮਾਤਮਾ ਉਹਨਾਂ ਨੂੰ ਖਸਮ ਬਣਾ ਦਿੰਦਾ। ਐਸਾ ਜੋ ਵਾਹਿਗੁਰੂ ਹੈ, ਬਲ ਜਾਓ, ਉਸ ਪਰਮਾਤਮਾ ਤੋਂ ਬਲਿਹਾਰ ਬਲਿਹਾਰ ਜਾਂਦੇ ਹਾਂ। ਪੁਨਰਪ ਜਨਮ ਨਾਹੀ ਗੁਣ ਗਾਓ। ਉਹਦੇ ਗੁਰਮੁਖ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਨ ਜਾਂ ਗਾਉਂਦਾ ਹੈ। ਪੁਨਰਪ ਜਨਮ ਨਹੀਂ, ਦੁਬਾਰਾ ਫਿਰ ਉਹਨੂੰ ਜਨਮ ਨਹੀਂ ਧਾਰਨਾ ਪੈਂਦਾ। ਇੱਕ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕਾ ਦਰਸ ਸਮਾਇਆ। ਅੰਤਰ ਬਾਹਰ ਏਕੋ ਜਾਣੈ। ਜੋ ਮਨੁੱਖ ਸੇਵਕ ਭਗਤ ਆਪਣੇ ਅੰਦਰ ਵਸਦਾ ਵੀ ਤੇ ਬਾਹਰ ਵਸਦਾ ਵੀ ਇੱਕ ਪਰਮਾਤਮਾ ਨੂੰ ਜਾਣਦਾ ਹੈ। ਗੁਰ ਕੈ ਸ਼ਬਦੇ ਆਪ ਪਛਾਣ। ਗੁਰੂ ਦੇ ਸ਼ਬਦ ਉਪਦੇਸ਼ ਦੁਆਰਾ ਆਪਣੇ ਆਪੇ ਨੂੰ, ਜਿਨੀ ਆਤਮ ਚੀਨਿਆ ਪਰਮਾਤਮ ਸੋਈ। ਆਪੇ ਦਾ ਮਤਲਬ ਇਹ ਸਰੀਰ ਨੂੰ ਜਾਣਨਾ ਨਹੀਂ, ਆਪਣੇ ਮਨ ਦੀ ਅਵਸਥਾ, ਆਪਣੇ ਸਰੂਪ ਆਤਮਾ ਨੂੰ ਜਾਣ ਲੈਣਾ। ਪਹਿਲਾਂ ਮਨ ਨੂੰ ਜਾਣਨਾ ਤੇ ਮਨ ਦੀ ਦੌੜ ਭੱਜ ਵੇਖਣੀ, ਇਹਨੂੰ ਫਿਰ ਟਿਕਾਉਣਾ, ਟਿਕਾ ਕੇ ਮੈਲ ਦੂਰ ਕਰਨੀ। ਫਿਰ ਵਾਹਿਗੁਰੂ ਦੇ ਅੰਸ਼ ਆਤਮਾ ਨੂੰ, ਪਰਮਾਤਮਾ ਦੀ ਅੰਸ਼ ਹੈ ਨਾ ਆਤਮਾ, ਉਸ ਨੂੰ ਜਾਣ ਲੈਣਾ। ਗੁਰ ਕੈ ਸ਼ਬਦੇ ਆਪ ਪਛਾਣਾ। ਗੁਰੂ ਦੇ ਉਪਦੇਸ਼ ਦੁਆਰਾ ਜਿਹੜਾ ਹੈ ਨਾ ਆਪਾਂ ਆਤਮਾ ਆਪਣੇ ਆਪ ਨੂੰ, ਆਪਣੇ ਸਰੂਪ ਨੂੰ ਪਛਾਣ ਲੈਂਦਾ। ਸੱਚਾ ਸ਼ਬਦ ਦਰ ਨਿਸ਼ਾਨਾ। ਗੁਰੂ ਦੇ ਸੱਚੇ ਸ਼ਬਦ ਦੁਆਰਾ ਵਾਹਿਗੁਰੂ ਦੇ ਦਰ 'ਤੇ ਉਹ ਰਾਹਦਾਰੀ ਲੈ ਕੇ ਪਹੁੰਚਦਾ ਹੈ। ਗੁਰੂ ਦੇ ਸ਼ਬਦ ਦੁਆਰਾ ਉਹਨੂੰ ਰਾਹਦਾਰੀ ਮਿਲ ਜਾਂਦੀ ਹੈ। ਜਿਵੇਂ ਜਪਜੀ ਸਾਹਿਬ ਜੋ ਪਾਠ ਹੈ ਨਾ, ਗੁਰਬਾਣੀ ਜਪਜੀ ਸਾਹਿਬ ਅਸੀਂ ਕਹਿੰਦੇ ਹਾਂ ਸਤਿਕਾਰ ਨਾਲ, ਅਸਲੇ ਦਾ ਨਾਮ ਜਪ ਹੈ ਤੇ ਤਤਕਰੇ ਵਿੱਚ ਨੂੰ ਲਿਖਿਆ ਜਪ ਨਿਸ਼ਾਨ। ਉੱਥੇ ਨਿਸ਼ਾਨ ਦਾ ਅਰਥ ਰਾਹਦਾਰੀ। ਵਾਹਿਗੁਰੂ ਦੇ ਦਰ ਦੀ ਦਰਗਾਹ ਦੀ ਰਾਹਦਾਰੀ ਗੁਰੂ ਕੀ ਬਾਣੀ ਹੈ, ਵਾਹਿਗੁਰੂ ਦਾ ਨਾਮ ਹੈ, ਗੁਰੂ ਕਾ ਸ਼ਬਦ ਹੈ। ਸੱਚਾ ਸ਼ਬਦ ਦਰ ਨਿਸ਼ਾਨ। ਸੱਚੇ ਗੁਰਾਂ ਦੇ ਸੱਚੇ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਦੇ ਦਰ 'ਤੇ ਰਾਹਦਾਰੀ ਸਮੇਤ ਤੋਂ ਪਹੁੰਚਦਾ। ਸ਼ਬਦ ਮਰੈ ਤਿਸ ਨਿਜ ਘਰ ਵਾਸਾ। ਜਿਹੜਾ ਗੁਰੂ ਦੇ ਸ਼ਬਦ ਦੁਆਰਾ ਮਰ ਜਾਂਦਾ। ਗੁਰ ਕੈ ਸ਼ਬਦੇ ਜੇ ਮਰੈ ਫਿਰ ਮਰੈ ਨਾ ਦੂਜੀ ਵਾਰ। ਸੋ ਇਸ ਪ੍ਰਕਾਰ ਗੁਰੂ ਦੇ ਸ਼ਬਦ ਰਾਹੀਂ ਜਿਹੜਾ ਮਨ ਮਰ ਜਾਂਦਾ ਹੈ, ਤਿਸ ਨਿਜ ਘਰ ਵਾਸਾ, ਉਸ ਦਾ ਨਿਜ ਘਰ, ਨਿਜ ਆਤਮਾ ਰੂਪੀ ਘਰ, ਸਰੂਪ ਰੂਪੀ ਘਰ ਵਿੱਚ ਵਾਸਾ ਹੋ ਜਾਂਦਾ ਹੈ। ਆਵੈ ਨਾ ਜਾਵੈ ਚੁੱਕੈ ਆਸਾ। ਉਸ ਦੇ ਅੰਦਰੋਂ ਸਾਰੀਆਂ ਆਸਾ ਇੱਛਾ ਜਿਹੜੀਆਂ ਚੁੱਕ ਜਾਂਦੀਆਂ, ਦੂਰ ਹੋ ਜਾਂਦੀਆਂ। ਉਹਦੇ ਅੰਦਰੋਂ ਆਸਾ ਚੁਕਤਾ ਹੋ ਜਾਂਦੀ ਹੈ, ਆਸਾ ਦਾ ਭੁਗਤਾਨ ਹੋ ਜਾਂਦਾ, ਆਸਾ ਰਹਿ ਹੀ ਨਹੀਂ ਜਾਂਦੀ। ਧਰੇਗੇ ਆਸਾ ਦੂਜੇ ਭਾਵ ਕੀ ਜੋ ਮੋਹ ਮਾਇਆ ਚਿਤ ਲਾਏ। ਸਾਰਾ ਜਗਤ ਆਸਾ ਵਿੱਚ ਆਉਂਦਾ। ਆਸਾ ਵਿੱਚ ਜਦ ਦੁੱਖ ਕਣਾ ਮਨ ਮੁਖ ਚਿਤ ਲਾਇਆ। ਗੁਰਮੁਖ ਭਏ ਨਿਰਾਸ ਪਰਮ ਸੁਖ ਪਾਇਆ। ਗੁਰਮੁਖ ਪਿਆਰਿਆਂ ਨੇ ਦੁਨੀਆ ਦੀ ਆਸਾ ਤੋਂ ਨਿਰਾਸ਼ ਹੋ ਕੇ ਪਰਮ ਸੁਖ ਦੀ ਪ੍ਰਾਪਤੀ ਕੀਤੀ ਹੈ। ਉਹਦੇ ਅੰਦਰੋਂ ਆਸਾ ਦੂਰ ਹੋ ਜਾਂਦੀ ਹੈ, ਫਿਰ ਉਹ ਆਉਂਦਾ ਜਾਂਦਾ ਨਹੀਂ, ਜੰਮਦਾ ਮਰਦਾ ਨਹੀਂ ਹੈ। ਗੁਰ ਕੈ ਸ਼ਬਦ ਕਮਲ ਪ੍ਰਗਾਸਾ। ਗੁਰੂ ਦੇ ਸ਼ਬਦ ਉਪਦੇਸ਼, ਗੁਰੂ ਕੀ ਬਾਣੀ ਰਾਹੀਂ ਜਿਹੜਾ ਹਿਰਦਾ ਰੂਪੀ ਕਮਲ ਹੈ ਉਹ ਪ੍ਰਕਾਸ਼ਿਤ ਹੋ ਜਾਂਦਾ, ਖਿੜ ਆਉਂਦਾ ਹੈ। ਜੋ ਦਿਸੈ ਸੋ ਆਸਨ ਰਸਾ। ਜਿੰਨਾ ਵੀ ਜਗਤ ਵਿੱਚ ਕੋਈ ਜੀਵ ਦਿਖਾਈ ਦੇ ਰਿਹਾ ਨਾ, ਜਿੰਨਾ ਸਾਰਾ ਸੰਸਾਰ ਜੋ ਦਿਸਦਾ ਹੈ, ਜੋ ਵੀ ਕੋਈ ਜੀਵ ਦਿਸਦਾ ਹੈ, ਉਹ ਸੰਸਾਰ ਦੀ ਆਸਾ ਵਿੱਚ ਹੈ ਤੇ ਆਸਾ ਪੂਰੀਆਂ ਨਹੀਂ ਹੋਈਆਂ। ਨਿਰਾਸ ਹੋ ਗਿਆ ਹੈ,
ਆਸਾ ਨਾ ਪੂਰੀਆਂ ਹੋਣ ਕਰਕੇ। ਇੱਕ ਹੁੰਦਾ ਆਸਾ ਤੋਂ ਰਹਿਤ ਹੋ ਜਾਣਾ, ਇੱਕ ਉਹ ਹੈ ਜਿਉਂਦਾ ਤੇ ਆਸਾ ਵਿੱਚ ਹੈ ਪਰ ਨਿਰਾਸ਼ ਹੋਇਆ ਕਿਉਂਕਿ ਆਸ ਪੂਰੀ ਨਹੀਂ ਹੋ ਰਹੀ। ਕਾਮ ਕ੍ਰੋਧ ਬਿਖ ਭੂਖ ਪਿਆਸਾ, ਉਹ ਕਾਮ ਵਿਕਾਰ ਦੀ ਜ਼ਹਿਰ ਵਿੱਚ ਜਿਉ ਰਿਹਾ, ਕ੍ਰੋਧ ਚਿੱਤ ਦੀ ਤੀਖਣ ਬਿਰਤੀ ਰੂਪੀ ਜ਼ਹਿਰ ਵਿੱਚ ਜਿਉ ਰਿਹਾ ਹੈ ਤੇ ਪਦਾਰਥਾਂ ਦੀ ਭੁੱਖ ਵਿੱਚ ਜਿਉ ਰਿਹਾ ਹੈ ਔਰ ਇਸ ਪ੍ਰਕਾਰ ਤ੍ਰਿਸ਼ਨਾ ਵਿੱਚ ਜਿਉ ਰਿਹਾ ਹੈ। ਸੋ ਨਾਨਕ ਬਿਰਲੇ ਮਿਲ ਹੈ ਉਦਾਸਾ। ਹਜ਼ੂਰ ਕਹਿੰਦੇ ਨੇ ਬਹੁਤ ਵਿਰਲੇ ਜੀਵ ਮਿਲਦੇ ਹਨ ਸੰਸਾਰ ਵਿੱਚ ਜੋ ਅਸਲ ਉਦਾਸ ਹਨ। ਉਦਾਸ ਇੱਕ ਤੇ ਗਮਗੀਨ ਹੋਣ ਦਾ ਨਾਮ, ਇੱਕ ਉਦਾਸ ਦਾ ਅਰਥ ਹੈ ਕਿ ਸੰਸਾਰ ਦੀ ਆਸਾ ਤੋਂ ਉਪਰਾਮ ਹੋ ਜਾਣਾ। ਉਪਰਾਮ ਇੱਕ ਤਾਂ ਸੈਡ ਹੁੰਦਾ ਨਾ, ਬੰਦਾ ਉਦਾਸ ਹੋ ਜਾਂਦਾ ਬਈ ਇਹ ਇਸ ਵੇਲੇ ਸੈਡ ਹੈ, ਗਮ ਦੇ ਵਿੱਚ ਹੈ। ਗਮ ਨਹੀਂ ਹੁੰਦਾ। ਉਹ ਗੁਰਮੁਖ ਪਿਆਰੇ ਸੰਸਾਰ ਦੀ ਤਮਾਮ ਆਸਾ ਇੱਛਾ ਤੋਂ ਪਰੇ ਹੋ ਜਾਂਦੇ ਹਨ। ਉਹ ਜਿਹੜੇ ਅਸਲ ਉਦਾਸੀ, ਜਿਵੇਂ ਉਦਾਸੀ ਮਤ ਵੀ ਹੈ ਨਾ ਹਿੰਦੁਸਤਾਨ 'ਚ ਸਾਧੂਆਂ ਸੰਤਾਂ ਦਾ, ਬਾਬਾ ਸ਼੍ਰੀ ਚੰਦ ਜੀ ਵਾਲਾ ਉਦਾਸੀ ਮਤ ਮੰਨਿਆ ਜਾਂਦਾ। ਤਾਂ ਕੇਵਲ ਲਿਬਾਸ ਧਾਰਨਾ ਜਾਂ ਨੰਗੇ ਰਹਿਣਾ ਜਾਂ ਭੇਖ ਦੇ ਤੌਰ 'ਤੇ ਕਹਿਣਾ ਉਦਾਸੀ ਆ, ਉਹ ਗੱਲ ਵੱਖਰੀ ਹੈ। ਪਰ ਹਜ਼ੂਰ ਕਹਿੰਦੇ ਨੇ ਅਸਲ ਉਦਾਸ ਸੰਸਾਰ ਦੇ ਤਮਾਮ ਪਦਾਰਥਾਂ ਤੋਂ, ਸਰੀਰ ਦੀ ਇੱਛਾ ਤੋਂ, ਸਰੀਰ ਦੇ ਜਿਹੜੇ ਰਸ ਕਸ ਨੇ ਇਹਨਾਂ ਸਭ ਤੋਂ ਬਿਰਤੀ ਉਪਰਾਮ ਹੋ ਜਾਣੀ। ਐਸੇ ਵਿਰਲੇ ਵਿਰਲੇ ਮਿਲਦੇ ਨੇ। ਗੌੜੀ ਮਹੱਲਾ ਪਹਿਲਾ। ਗੌੜੀ ਰਾਗਣੀ ਅੰਦਰ ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਫਰਮਾਉਂਦੇ ਨੇ, ਐਸੋ ਦਾਸ ਮਿਲੈ ਸੁਖ ਹੋਈ। ਹੁਣ ਜਿਹੜੇ ਬਿਰਲੇ ਮਿਲੇ ਹੈ ਉਦਾਸਾ ਦਾ ਜ਼ਿਕਰ ਕੀਤਾ ਨਾ ਪਿਛਲੀ ਅਸ਼ਟਪਦੀ 'ਚ, ਹੁਣ ਅਗਲੀ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਉਹਨਾਂ ਗੁਰਮੁਖਾਂ ਦੇ ਮਿਲਾਪ ਦੀ ਮਹਿਮਾ ਦੱਸ ਰਹੇ। ਐਸਾ ਵਾਹਿਗੁਰੂ ਦਾ ਦਾਸ ਜਿਹਨੂੰ ਮਿਲਦਾ ਹੈ ਸੁਖ ਹੋਈ, ਉਹਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਏਗੀ। ਐਸੋ ਦਾਸ ਮਿਲਾ, ਇਹੋ ਜਿਹਾ ਰੱਬ ਪਰਮਾਤਮਾ ਦਾ ਦਾਸ ਜਿਹਨੂੰ ਮਿਲ ਪੈਂਦਾ ਹੈ, ਜਿਹਦਾ ਮਿਲਾਪ ਐਸੇ ਸੰਤ ਨਾਲ ਹੋ ਜਾਂਦਾ, ਉਹਨੂੰ ਆਤਮਿਕ ਸੁਖ ਹੋਵੇਗਾ। ਦੁੱਖ ਵਿਸਰੈ ਪਾਵੈ ਸੱਚ ਸੋਈ, ਉਹਦਾ ਸਾਰਾ ਹੀ ਦੁੱਖ ਵਿਸਰ ਜਾਂਦਾ, ਦੂਰ ਹੋ ਜਾਂਦਾ। ਦੁੱਖ ਪਰਮਾਤਮਾ ਤੋਂ ਵਿਛੋੜੇ ਦਾ ਦੁੱਖ ਜਦੋਂ ਦੂਰ ਹੋ ਗਿਆ ਤੇ ਹੋਰ ਦੁੱਖ ਕੋਈ ਰਿਹਾ ਹੀ ਨਾ। ਦੁੱਖ ਵਿਸਰੈ ਪਾਵੈ ਸੱਚ ਸੋਈ, ਉਹ ਸੱਚ ਸੋਈ, ਸੱਚ ਸਰੂਪ ਉਹ ਪਰਮਾਤਮਾ ਜਿਹਨੇ ਸ੍ਰਿਸ਼ਟੀ ਰਚੀ ਹੈ, ਮੁੱਢ ਤੋਂ ਲੈ ਕੇ ਜੋ ਸਦੀਵੀ ਹੈ, ਉਸ ਸੱਚ ਸਰੂਪ ਪਰਮਾਤਮਾ ਨੂੰ ਸੋਈ ਉਹ ਦਾਸ, ਉਹ ਭਗਤ ਪ੍ਰਾਪਤ ਕਰ ਲੈਂਦਾ। ਦਰਸ਼ਨ ਦੇਖ ਭਈ ਮਤ ਪੂਰੀ, ਉਸ ਗੁਰਮੁਖ ਪਿਆਰੇ ਰੱਬ ਦੇ ਦਾਸ ਜਿਹੜੇ ਹਨ ਨਾ, ਉਹਨਾਂ ਦਾ ਉਸ ਗੁਰਮੁਖ ਦਾ ਦਰਸ਼ਨ ਵੇਖ ਕੇ ਪੂਰੀ ਮਤ ਹੋ ਜਾਂਦੀ। ਜਹ ਕਰਨੀ ਤਹ ਪੂਰੀ ਮਤ, ਕਰਨੀ ਬਾਝੋਂ ਘੱਟੇ ਘੱਟ। ਸੋ ਇਸ ਪ੍ਰਕਾਰ ਪੂਰੀ ਮਤ ਪਰਮਾਤਮਾ ਦੇ ਸਿਮਰਨ ਵਾਲੀ ਮਹਾਨ ਮਤ। ਊਤਮ ਮਤ ਮੇਰੇ ਹਿਰਦੈ ਤੂੰ ਆਓ, ਧਿਆਵੋ ਗਾਵੋ ਗੁਣ ਗੋਵਿੰਦਾ, ਅਤ ਪ੍ਰੀਤਮ ਮੋਹਿ ਲਾਗਿਆ ਨਾਉ। ਦਰਸ਼ਨ ਵੇਖ ਕੇ, ਦਰਸ਼ਨ ਕਰਕੇ ਭਾਵਨਾ ਅੰਦਰ ਹੋਵੇ ਤੇ ਸੰਤ ਪੂਰਾ ਹੋਵੇ, ਉਹਦੇ ਦਰਸ਼ਨ ਕਰਨ ਦੇ ਨਾਲ ਹੀ ਬੜਾ ਫਲ ਮਿਲ ਜਾਂਦਾ। ਮਨ ਦੇ ਫੁਰਨੇ ਰੁਕ ਜਾਂਦੇ, ਰੱਬ ਦਾ ਨਾਮ ਚੇਤੇ ਆਉਂਦਾ। ਭਾਵਨਾ ਅੰਦਰ ਸਿਰਫ ਹੋਏ, ਭਾਵਨਾ ਤੇ ਦਰਸ਼ਨ ਕਰਨ ਦੇ ਨਾਲ ਹੀ ਲਾਭ ਹੁੰਦਾ। ਇੱਥੇ ਅਰਥ ਦਾਸ ਦਾ ਸਤਿਗੁਰੂ ਬਾਰੇ ਵੀ ਕੀਤਾ ਕਿ ਵਾਹਿਗੁਰੂ ਦੇ ਦਾਸ ਜੋ ਸਤਿਗੁਰੂ ਨੇ, ਕਿਉਂਕਿ ਦਸਮ ਪਾਤਸ਼ਾਹ ਨੇ ਆਪਣੇ ਬਾਰੇ ਕਿਹਾ, ਮੈਂ ਹਾਂ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਇਹ ਅਰਥ ਗੁਰਾਂ ਵੱਲ ਵੀ ਲੱਗਦਾ ਹੈ। ਵਾਹਿਗੁਰੂ ਦੇ ਐਸਾ ਦਾਸ ਸਤਿਗੁਰੂ ਜੇ ਮਿਲ ਪੈਂਦਾ ਤੇ ਆਤਮਿਕ ਸੁਖ ਹੋਵੇ। ਐਸੇ ਸਤਿਗੁਰੂ ਦਾ ਦਰਸ਼ਨ ਕਰਨ ਦੇ ਨਾਲ ਦੁੱਖ ਵਿਸਰ ਜਾਂਦਾ ਤੇ ਸੱਚ ਦੀ ਪ੍ਰਾਪਤੀ ਹੁੰਦੀ ਹੈ। ਦਰਸ਼ਨ ਵੇਖ ਕੇ, ਦਰਸ਼ਨ ਕਰਕੇ, ਦਰਸ਼ਨ ਪਰਸ ਕੇ ਮਤ ਪੂਰੀ ਪ੍ਰਧਾਨ ਹੋ ਜਾਂਦੀ। ਮਹਾਨ ਮਤ ਪਰਮਾਤਮਾ ਦੇ ਸਿਮਰਨ ਵਾਲੀ ਮਤ। 68 ਮੱਜਨ ਚਰਨਾਂ ਤੂਰੀ, ਐਸੇ ਸਤਿਗੁਰੂ ਰੂਪੀ ਰੱਬ ਦੇ ਦਾਸ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਮਨ ਨੂੰ 68 ਤੀਰਥਾਂ ਦਾ ਮੱਜਨ ਇਸ਼ਨਾਨ ਹੋ ਜਾਂਦਾ। ਮੱਜਨ ਹੁੰਦਾ ਜਿਹੜਾ ਪੁਰਬਾਂ ਦੇ ਸਮੇਂ ਜਾ ਕੇ ਇਸ਼ਨਾਨ ਕਰੀ, ਉਹਨੂੰ ਕਹਿੰਦੇ ਨੇ ਸਨਾਤਨੀ ਮੱਜਨ। ਸੋ ਇਸ ਪ੍ਰਕਾਰ 68 ਤੀਰਥਾਂ ਦੇ ਪੁਰਬਾਂ ਦੇ ਸਮੇਂ ਕੀਤਾ ਇਸ਼ਨਾਨ ਮਨ ਨੂੰ ਪ੍ਰਾਪਤ ਹੋ ਗਿਆ, ਜਿਹੜੇ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਧੂੜ ਮਿਲਣੀ। ਰਹਾਓ ਨੇਤਰ ਸੰਤੋਖੇ ਏਕ ਲਿਵ ਤਾਰਾ, ਹਿਰਦੇ ਦੇ ਅੰਦਰ ਇੱਕ ਪਰਮਾਤਮਾ ਦੇ ਸਿਮਰਨ ਦੀ ਲਿਵ ਹੈ, ਤਾਰ ਹੈ ਜੁੜੀ। ਜਿਵੇਂ ਤੇਲ ਦੀ ਧਾਰਾ ਵਗਦੀ ਹੈ ਨਾ, ਇਸ ਤਰ੍ਹਾਂ ਸੁਰਤ ਦੀ ਤਾਰ ਇੱਕ ਰਸ ਇੱਕ ਪਰਮਾਤਮਾ ਵਿੱਚ ਜੁੜੀ ਹੋਈ ਹੈ। ਤੇ ਨੇਤਰ ਆਪਣੇ ਆਪ ਹੀ ਸੰਸਾਰ ਦੇ ਰੰਗ ਤਮਾਸ਼ੇ ਵੇਖਣ ਵੱਲੋਂ ਸੰਤੋਖੇ ਗਏ, ਅੰਤਰਮੁਖ ਹੋ ਗਏ।
ਇਹ ਜ਼ਰੂਰੀ ਨਹੀਂ ਹੈ ਕਿ ਨੇਤਰ ਅੱਖਾਂ ਬੰਦ ਕਰ ਲਈਏ। ਨਹੀਂ, ਜਦੋਂ ਸਿਮਰਨ ਦਾ ਅਸਰ ਮਨ 'ਤੇ ਪੈਂਦਾ, ਅੰਤਰਮੁਖ ਬਿਰਤੀ ਹੋ ਜਾਂਦੀ ਹੈ, ਤੇ ਫਿਰ ਜੇ ਬਾਹਰ ਵੇਖਦੇ ਵੀ ਨੇ ਤੇ ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨੇ ਔਰ ਨਾ ਦੇਖਾਂ, ਕਬੀਰ ਜੀ ਕਹਿੰਦੇ ਨੇ। ਦੋਵਾਂ ਨੇਤਰਾਂ ਦੇ ਨਾਲ ਮੈਂ ਪਰਮੇਸ਼ਰ ਨੂੰ ਹੀ ਵੇਖ ਰਿਹਾ, ਰੱਬ ਤੋਂ ਬਗੈਰ ਹੋਰ ਵੇਖਦਾ ਹੀ ਕੋਈ ਨਹੀਂ। ਸੋ ਇਸ ਤਰ੍ਹਾਂ ਨੇਤਰ ਸੰਤੋਖੇ ਗਏ। ਜਿਹਵਾ ਸੂਚੀ ਹਰ ਰਸ ਸਾਰਾ, ਹਰੀ ਅਕਾਲ ਪੁਰਖ ਦਾ ਜਿਹੜਾ ਰਸ ਹੈ ਪ੍ਰਮਾਤਮਾ ਦੇ ਨਾਮ ਦਾ, ਇਹ ਸਾਰਾ ਸ੍ਰੇਸ਼ਟ ਰਸ ਹੈ। ਜਿਸ ਰਸਨਾ ਨਾਲ ਸਿਮਰਨ ਕਰਦਿਆਂ ਇਹ ਰਸ ਆ ਗਿਆ, ਉਹ ਰਸਨਾ ਸੂਚੀ ਸੁੱਚੀ ਪਵਿੱਤਰ ਹੋ ਗਈ। ਨਾਮ ਕਹਿਤ ਗੋਵਿੰਦ ਕਾ ਸੂਚੀ ਭਈ ਰਸਨਾ। ਵਾਹਿਗੁਰੂ ਦਾ, ਗੋਬਿੰਦ ਪਰਮੇਸ਼ਰ ਦਾ ਨਾਮ ਜਪਦਿਆਂ ਰਸਨਾ ਮਾਨੋ ਸੁੱਚੀ ਹੋ ਗਈ, ਪਵਿੱਤਰ ਹੋ ਗਈ ਹੈ। ਸੱਚ ਕਰਨੀ ਅਬ ਅੰਤਰ ਸੇਵਾ, ਜਿਹੜੀ ਅਬ ਹਿਰਦੇ ਦੇ ਅੰਦਰ ਪਰਮਾਤਮਾ ਦੀ ਸੇਵਾ ਬਹਿ ਗਈ ਹੈ ਨਾ, ਸਿਮਰਨ ਰੂਪ ਸੇਵਾ ਹੋ ਰਹੀ ਹੈ ਹਿਰਦੇ ਦੇ ਅੰਦਰ। ਅਬ ਨਾਮ ਹਿਰਦੇ ਦਾ, ਦਿਲ ਦੇ ਅੰਦਰ ਪਰਮਾਤਮਾ ਦਾ ਸਿਮਰਨ ਰੂਪੀ ਸੇਵਾ ਹੈ, ਤੇ ਇਹਦੇ ਕਰਕੇ ਜਿਹੜੀ ਕਰਨੀ ਹੈ ਉਹ ਸੱਚੀ ਕਰਨੀ ਹੈ। ਸੱਚ ਸਰੂਪ ਪਰਮਾਤਮਾ ਦਾ ਨਾਮ ਸਿਮਰਨਾ ਹੀ ਉੱਚੀ ਸੱਚੀ ਕਰਨੀ ਹੈ, ਮਹਾਨ ਹੈ। ਮਨ ਤ੍ਰਿਪਤਾਸਿਆ ਲਖ ਭੇਵਾ, ਅਲਖ ਜੋ ਲਖਿਆ ਨਹੀਂ ਜਾਂਦਾ, ਦ੍ਰਿਸ਼ਟੀ ਨਹੀਂ ਆਉਂਦਾ, ਤੇ ਅਭੇਵਾ ਜਿਹਦਾ ਭੇਦ ਨਹੀਂ ਪਾਇਆ ਜਾਂਦਾ, ਉਹ ਹਿਰਦੇ ਵਿੱਚ ਹੈ। ਤੇ ਇਸ ਕਰਕੇ ਉਹਦੇ ਸਰੂਪ ਦਾ ਦਰਸ਼ਨ ਹੋਣ ਕਰਕੇ ਮਨ ਤ੍ਰਿਪਤਾਸਿਆ ਗਿਆ, ਮਨ ਤ੍ਰਿਪਤ ਹੋ ਗਿਆ, ਰੱਜ ਗਿਆ, ਮਨ ਦੀ ਪਿਆਸ ਸਾਰੀ ਬੁਝ ਗਈ। ਜਹ ਜਹ ਦੇਖੋ ਤਹ ਤਹ ਸੱਚ ਆ। ਮੈਂ ਹੁਣ ਜਿੱਧਰ ਜਿੱਧਰ ਵੀ ਵੇਖਦਾ ਹਾਂ ਉੱਧਰ ਉੱਧਰ ਸੱਚਾ ਪਰਮਾਤਮਾ ਹੀ ਦਿਖਾਈ ਦਿੰਦਾ। ਜਹ ਜਹ ਦੇਖੋ ਤਹ ਹਜੂਰ, ਦੂਰ ਕਤ ਹੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਬਿਨ ਬੂਝੇ ਝਗਰਤ ਜਗ ਕਾਚਾ, ਜਿਹੜਾ ਜਗਤ ਹੈ ਸਾਰਾ, ਜਗਤ ਦੇ ਜੀਵ ਸਾਰੇ ਹਨ, ਇਹ ਕੱਚੇ ਨੇ, ਕਿਉਂਕਿ ਇਹਨਾਂ ਨੇ ਗੁਰਾਂ ਦਾ ਉਪਦੇਸ਼ ਨਹੀਂ ਕਮਾਇਆ। ਵਿਕਾਰਾਂ ਦੇ ਟਾਕਰੇ 'ਤੇ ਕਮਜ਼ੋਰ ਮਨ ਵਾਲਾ ਇਹ ਜਗਤ ਹੈ, ਤੇ ਬੁੱਝਿਆ ਨਹੀਂ ਪਰਮਾਤਮਾ ਦੇ ਸਰੂਪ ਨੂੰ, ਵਾਹਿਗੁਰੂ ਦੀ ਜੋਤ ਨੂੰ, ਸਮਝਿਆ ਨਹੀਂ ਜੀਵਨ ਦੇ ਮਨੋਰਥ ਨੂੰ। ਇਸ ਕਰਕੇ ਸਾਰਾ ਜਗਤ ਆਪਸ ਵਿੱਚ ਝਗੜਾ ਬੰਨੀ ਖੜਾ, ਝਗਰਤ ਉਲਝਦਾ ਪਿਆ, ਝਗੜਦਾ ਪਿਆ ਸਾਰਾ ਜਗਤ ਕੱਚਾ ਹੋਣ ਕਰਕੇ। ਗੁਰ ਸਮਝਾਵੈ ਸੋਝੀ ਹੋਈ, ਜਿਨ੍ਹਾਂ ਦੇ ਤਾਈਂ ਸਤਿਗੁਰੂ ਮਹਾਰਾਜ ਸਮਝਾ ਦਿੰਦੇ, ਸੂਝ ਗਿਆਤ ਬਖਸ਼ਦੇ ਨੇ, ਉਹਨਾਂ ਨੂੰ ਹੀ ਸੋਝੀ ਹੁੰਦੀ, ਉਹਨਾਂ ਨੂੰ ਹੀ ਗਿਆਤ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਤਾਈਂ ਸਤਿਗੁਰੂ ਸਮਝਾ ਦਿੰਦੇ, ਜਿਨ੍ਹਾਂ ਦੇ ਮਨ ਨੂੰ ਸਮਝਾ ਦਿੰਦੇ ਨੇ ਸਤਿਗੁਰੂ ਮਹਾਰਾਜ। ਗੁਰਮੁਖ ਵਿਰਲਾ ਬੂਝੈ ਕੋਈ, ਉਹ ਵਿਰਲਾ ਕੋਈ ਗੁਰਮੁਖ ਹੈ, ਗੁਰਾਂ ਦੇ ਅਨੁਸਾਰੀ ਹੋ ਕੇ, ਗੁਰਾਂ ਦੇ ਸਨਮੁਖ ਹੋ ਕੇ ਚੱਲਣ ਵਾਲਾ, ਉਹ ਕੋਈ ਵਿਰਲਾ ਹੀ ਹੈ ਜੋ ਬੁੱਝਦਾ ਹੈ, ਜੋ ਸਮਝਦਾ ਹੈ। ਕਰ ਕਿਰਪਾ ਰੱਖੋ ਰਖਵਾਲੇ, ਹੇ ਰਖਵਾਲੇ ਹੋ ਕੇ ਵਾਹਿਗੁਰੂ ਰੱਖਿਆ ਕਰਨ ਵਾਲੇ ਪ੍ਰਮਾਤਮਾ, ਕਰ ਕਿਰਪਾ ਰੱਖੋ, ਕਿਰਪਾ ਕਰਕੇ ਆਪ ਦੀ ਕਿਰਪਾ ਮਿਹਰ ਕਰਕੇ ਸਾਡੀ ਵੀ ਰੱਖਿਆ ਕਰੋ, ਸਾਨੂੰ ਵੀ ਬਚਾ ਲਓ, ਹੋਏ ਰੱਖਿਆ ਕਰਨ ਵਾਲੇ, ਬਚਾਉਣ ਵਾਲੇ ਵਾਹਿਗੁਰੂ ਜੀ। ਬਿਨ ਬੂਝੇ ਪਸ਼ੂ ਭਏ ਬੇਤਾਲੇ, ਜਿਨ੍ਹਾਂ ਨੇ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਬੁੱਝਿਆ, ਗੁਰਾਂ ਦੇ ਪਾਸੋਂ ਨਹੀਂ ਬੁੱਝਿਆ ਵਾਹਿਗੁਰੂ ਦੀ ਗਿਆਤ ਨੂੰ, ਬੁੱਝਣ ਤੋਂ ਬਗੈਰ ਉਹ ਜੀਵ ਪਸ਼ੂਆਂ ਵਰਗੇ ਬਣ ਗਏ, ਹੈਵਾਨ ਬਣ ਗਏ ਨੇ। ਕਰਤੂਤ ਪਸ਼ੂ ਕੀ ਮਾਨਸ ਜਾ, ਬੇਤਾਲੇ ਜੀਵਨ ਦੇ ਤਾਲ ਤੋਂ ਖੁੰਝ ਗਏ ਨੇ, ਬੇਤਾਲੇ ਭੂਤਨੇ ਬਣੇ ਹੋਏ ਨੇ। ਗੁਰ ਕਹੇ ਆਵਰ ਨਹੀਂ ਦੂਜਾ, ਮੇਰੇ ਸਤਿਗੁਰੂ ਜੀ ਨੇ ਇਹ ਉਪਦੇਸ਼ ਦਿੱਤਾ, ਮੈਨੂੰ ਦੱਸਿਆ ਹੈ ਕਿ ਭਾਈ ਅਵਰ ਹੋਰ ਕੋਈ ਦੂਜਾ ਪ੍ਰਮਾਤਮਾ ਵਰਗਾ ਨਹੀਂ ਹੈ। ਕਿਸ ਕਹੋ ਦੇਖ ਕਰੋ ਅਨ ਪੂਜਾ, ਕਹੋ ਫਿਰ ਦੱਸੋ ਕਿ ਕਿਸ ਨੂੰ ਉਹਦੇ ਵਰਗਾ ਵੇਖ ਕੇ, ਸ਼ਕਤੀਵਾਨ ਵੇਖ ਕੇ, ਸਮਰੱਥਾਵਾਨ ਵੇਖ ਕੇ, ਉਹਦੇ ਵਰਗਾ ਸ਼ੁਭ ਗੁਣਾਂ ਨਾਲ ਭਰਪੂਰ ਵੇਖ ਕੇ ਅਨ ਹੋਰਨਾਂ ਦੀ ਮੈਂ ਪੂਜਾ ਕਰਾਂ। ਕਿਸ ਨੂੰ ਹੋਰ ਪ੍ਰਮਾਤਮਾ ਵਰਗਾ ਜਾਣ ਕੇ ਵੇਖ ਕੇ ਦੱਸੋ ਹਾਂ ਮੈਂ ਕਿਸ ਦੀ ਪੂਜਾ ਕਰਾਂ। ਮੇਰੇ ਸਤਿਗੁਰੂ ਨੇ ਕਿਹਾ ਅਵਰ ਹੋਰ ਕੋਈ ਦੂਜਾ ਹੈ ਹੀ ਨਹੀਂ। ਸੰਤ ਹੇਤ ਪ੍ਰਭ ਤ੍ਰਿਭਵਨ ਧਾਰੇ, ਰੱਬ ਦੇ ਸੰਤਾਂ ਵਾਸਤੇ ਪ੍ਰਭੂ ਅਕਾਲ ਪੁਰਖ ਨੇ 3 ਭਵਨ, ਸੁਰਗ ਪਤਾਲ ਤੇ ਮਾਤ ਲੋਕ ਧਾਰੇ ਟਿਕਾਏ ਬਣਾਏ ਨੇ, ਆਸਰਾ ਦਿੱਤਾ ਉਹਨਾਂ ਨੂੰ ਬਣਾ ਕੇ। ਔਰ ਦੂਜਾ ਅਰਥ ਇਹ ਹੈ ਕਿ ਦੁਨੀਆ ਨੂੰ, ਸੰਸਾਰ ਦੇ ਜੀਵਾਂ ਨੂੰ ਸੰਤ ਬਣਾਉਣ ਵਾਸਤੇ, ਹੇਤ ਦਾ ਅਰਥ ਹੈ ਵਾਸਤੇ, ਸੰਤ ਬਣਾਉਣ ਵਾਸਤੇ ਪਰਮਾਤਮਾ ਨੇ 3 ਭਵਨ ਧਾਰੇ ਟਿਕਾਏ ਬਣਾਏ ਹਨ, ਆਸਰਾ ਦਿੱਤਾ ਹੈ। ਜਿਵੇਂ ਬਚਨ ਹੈ ਨਾ ਕਬੀਰ, ਧਰਤੀ ਸਾਧ ਕੀ ਤਸਕਰ ਬੈਸਾ ਹੈ ਗਾਹੇ, ਧਰਤੀ ਭਾਰ ਨਾ ਬੈ ਪਈ ਉਹਨੂੰ ਕਹੋ ਲਾਹੂ ਲਾਹੇ।
ਧਰਤੀ ਬਣਾਈ ਤਾਂ ਸਾਧਾਂ ਵਾਸਤੇ ਸੀ, ਪਰ ਚੋਰ ਮੱਲ ਕੇ ਬਹਿ ਗਏ ਆ। ਧਰਤੀ ਨੂੰ ਤਾਂ ਭਾਰ ਨਹੀਂ ਮਹਿਸੂਸ ਹੁੰਦਾ, ਕਿਉਂਕਿ ਸਾਧ ਕੋਈ ਨਾ ਕੋਈ ਦੁਨੀਆ 'ਤੇ ਹੁੰਦਾ। ਉਹਨੂੰ ਘੋਲਾ ਹੂਲਾ ਤੇ ਇਹ ਜਿਹੜੇ ਚੋਰ ਲੋਕ ਨੇ ਉਹਨਾਂ ਨੂੰ ਲਾਭ ਹੀ ਲਾਭ ਹੁੰਦਾ ਇਸ ਧਰਤੀ 'ਤੇ ਵਸ ਕੇ, ਜਿੱਦਾਂ ਦੀ ਉਹਨਾਂ ਦੀ ਬਿਰਤੀ ਹੈ। ਇਸੇ ਤਰ੍ਹਾਂ ਦੂਜਾ ਅਰਥ ਇਹ ਵੀ ਹੈ, ਜਿਹੜੀ ਸਾਧਾਂ ਦੀ ਧਰਤੀ, ਸਾਧ ਸਤਿਗੁਰਾਂ ਦੀ, ਸਾਧੂ ਮਹਾਤਮਾ ਦੀ ਜਿਹੜੀ ਧਰਤੀ ਹੁੰਦੀ ਹੈ, ਸਤਸੰਗਤ ਸਥਾਨ, ਉੱਥੇ ਚੋਰ ਜੇ ਆ ਕੇ ਧਰਤੀ ਮੱਲ ਕੇ ਬਹਿ ਜਾਣ ਤੇ ਉਹਨਾਂ ਚੋਰਾਂ ਦਾ ਕੋਈ ਪ੍ਰਭਾਵ ਸਾਧੂਆਂ 'ਤੇ ਨਹੀਂ ਪੈਂਦਾ, ਸਤਿਗੁਰਾਂ 'ਤੇ ਨਹੀਂ ਪੈਂਦਾ, ਤੇ ਨਾ ਹੀ ਉਹ ਸਤਸੰਗਤ ਰੂਪੀ ਧਰਤੀ 'ਤੇ ਕੋਈ ਬੋਝ ਮਹਿਸੂਸ ਹੁੰਦਾ। ਸਗੋਂ ਉਹਨਾਂ ਚੋਰਾਂ ਨੂੰ ਉੱਥੋਂ ਲਾਭ ਹੀ ਲਾਭ ਮਿਲਦਾ। ਜਿਹੜੇ ਚੋਰ ਸਾਗਤ ਲੋਕ ਨੇ ਉਹਨਾਂ ਨੂੰ ਵੀ ਉੱਥੋਂ ਲਾਭ ਮਿਲਦਾ। ਇੰਝ ਬ੍ਰਹਮ ਵਿਚਾਰ ਸੰਤ ਹੇਤ ਪ੍ਰਭ ਤ੍ਰਿਭਵਨ ਤਾਰੇ। ਰੱਬ ਦੇ ਸੰਤਾਂ ਵਾਸਤੇ ਰੱਬ ਨੇ, ਪਰਮਾਤਮਾ ਨੇ 3 ਭਵਨ ਤਾਰੇ ਬਣਾਏ ਨੇ, ਅਥਵਾ ਸੰਤ ਬਣਾਉਣ ਵਾਸਤੇ ਪਰਮਾਤਮਾ ਨੇ ਇਹ 3 ਲੋਕ ਬਣਾਏ ਨੇ। ਆਤਮ ਚੀਨ੍ਹੈ ਸੋ ਤਤ ਵਿਚਾਰੇ। ਜਿਹੜਾ ਆਤਮ ਆਪਣੇ ਆਪ ਨੂੰ, ਆਪਣੀ ਆਤਮਾ ਨੂੰ, ਆਪਣੇ ਅਸਲ ਸਰੂਪ ਨੂੰ ਜਿਹੜਾ ਚਿੰਨ੍ਹ ਜਾਣ ਲੈਂਦਾ, ਪਛਾਣ ਲੈਂਦਾ, ਉਹੀ ਤਤ ਸਰੂਪ ਪਰਮਾਤਮਾ ਨੂੰ ਵਿਚਾਰਦਾ ਹੈ, ਕਿਉਂਕਿ ਆਤਮ ਤਤ ਹੀ ਪਰਮ ਤਤ ਵਿੱਚ ਲੀਨ ਹੁੰਦਾ ਹੈ। ਸੋ ਇਸ ਪ੍ਰਕਾਰ ਸਾਚ ਹਿਰਦੈ ਸੱਚ ਪ੍ਰੇਮ ਨਿਵਾਸ। ਹਿਰਦੇ ਵਿੱਚ ਸੱਚਾ ਨਾਮ ਹੈ ਤੇ ਸੱਚ ਸਰੂਪ ਪਰਮਾਤਮਾ ਦੇ ਪ੍ਰੇਮ ਦਾ ਨਿਵਾਸ ਹੈ। ਇੱਕ ਨਾਮ ਦਾ ਨਿਵਾਸ ਹੈ, ਇੱਕ ਵਾਹਿਗੁਰੂ ਸੱਚੇ ਦੇ ਪ੍ਰੇਮ ਦਾ ਹਿਰਦੇ 'ਚ ਨਿਵਾਸ ਹੈ, ਜਿਸ ਵੀ ਸੰਤ ਦੇ ਅੰਦਰ। ਪ੍ਰਣਵਤ ਨਾਨਕ ਹਮ ਤਾਕੇ ਦਾਸ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਮੈਂ ਬੇਨਤੀ ਪੂਰਵਕ ਕਹਿੰਦਾ ਹਾਂ, ਬੇਨਤੀ ਕਰਦਾ ਹਾਂ ਕਿ ਅਸੀਂ ਉਸ ਗੁਰਮੁਖ ਦੇ ਦਾਸ ਹਾਂ ਜਿਹੜਾ ਵਾਹਿਗੁਰੂ ਦਾ ਪ੍ਰੇਮੀ ਹੈ। ਹਿਰਦੇ 'ਚ ਵੀ ਸੱਚ ਨਾਮ ਵਸਿਆ ਹੋਇਆ, ਪਰਮਾਤਮਾ ਦੇ ਪ੍ਰੇਮ ਦਾ ਨਿਵਾਸ ਹੈ, ਉਸ ਦੇ ਅਸੀਂ ਦਾਸ ਬਣਨ ਨੂੰ ਤਿਆਰ ਹਾਂ। ਬਹੁਤ ਵਡਿਆਈ ਸਤਿਗੁਰਾਂ ਨੇ ਵਾਹਿਗੁਰੂ ਦੇ ਪ੍ਰੇਮੀਆਂ ਦੀ ਕੀਤੀ ਹੈ। ਜਾਤ ਕੁਲੀਨ ਸੇਵਕ ਜੇ ਹੋਏ, ਤਾਂ ਕਾ ਕਹਿਣਾ ਕਹੋ ਨਾ ਕੋਏ। ਵਿੱਚ ਸਨਾਤੀ ਸੇਵਕ ਹੋਏ, ਨਾਨਕ ਪਣੀਆਂ ਪਹਿਰੈ ਸੋਏ। ਨੀਵੀਂ ਤੋਂ ਨੀਵੀਂ ਜਾਤ ਵਿੱਚ ਵੀ ਇਹ ਵਾਹਿਗੁਰੂ ਤੇਰਾ ਭਗਤ ਪੈਦਾ ਹੋ ਜਾਏ। ਮੇਰੀ ਇੱਛਾ ਮੈਂ ਆਪਣੇ ਸਰੀਰ ਨੂੰ, ਆਪਣੇ ਆਪ ਨੂੰ ਜੁੱਤੀ ਬਣਾ ਦਿਆਂ, ਉਹ ਪਹਿਰ ਲਵੇ ਪੈਰਾਂ 'ਚ, ਭਾਵ ਮੈਂ ਉਹਦੇ ਪੈਰਾਂ ਦੀ ਜੁੱਤੀ ਬਣਨ ਨੂੰ ਤਿਆਰ ਹਾਂ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਪਗੀ ਲੈ ਪਾਵੈ। ਹਉ ਕਾਟੋਂ ਕਾਟ ਬਾੜ ਸਿਰ ਰਾਖੋ, ਜਿਤ ਨਾਨਕ ਸੰਤ ਚੜ੍ਹਿਆ। ਜਿੱਧਰ ਦੀ ਰੱਬ ਦੇ ਸੰਤ ਨੇ ਚੜ੍ਹ ਕੇ ਆਉਣਾ ਕਿਸੇ ਸਵਾਰੀ 'ਤੇ, ਮੈਂ ਆਪਣਾ ਸਿਰ ਵੱਢ ਕੇ ਉਸ ਰਸਤੇ 'ਚ ਵਿਛਾ ਦਿਆਂ। ਇਸ ਪ੍ਰਕਾਰ ਦੀ ਭਾਵਨਾ, ਯਾਨੀ ਕਿ ਇੰਨੀ ਨਿਮਰਤਾ, ਇੰਨੀ ਸ਼ਰਧਾ, ਰੱਬ ਦੇ ਸੰਤ ਭਗਤ ਜੋ ਹਨ, ਅਸਲ ਬਨਾਵਟ ਨਹੀਂ, ਭੇਖੀ ਨਹੀਂ, ਰੱਬ ਦਾ ਜੋ ਸੰਤ ਆ ਉਹਦੇ ਪ੍ਰਤੀ ਇੰਨੀ ਨਿਮਰਤਾ ਦਰਸਾਈ ਹੈ ਹਜ਼ੂਰ ਨੇ ਕਿ ਅਸੀਂ ਭਾਈ ਉਹਦੇ ਦਾਸ ਹਾਂ, ਜਿਹਦੇ ਹਿਰਦੇ 'ਚ ਪਰਮੇਸ਼ਰ ਦਾ ਪ੍ਰੇਮ ਵਸਿਆ ਆ, ਜਿਹਦੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਵਸਿਆ ਆ। ਇੱਥੋਂ ਤੱਕ 8 ਅਸ਼ਟਪਦੀਆਂ ਹੋਈਆਂ ਹਨ। ਸਤਿਗੁਰੂ ਨਾਨਕ ਦੇਵ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।